राधा हाँ जी बेटा जी। बाणी गुरु ग्रंथ साहब जी महाराज राम कली की वार महला पंजवा। काहे मन तू डोलता हर मनसा पूरण हार। काहे मन तू डोलता हर मनसा पूरण हार। इस संसार दे विच डोल जाना, अपने सतगुरां तो बेमुख हो जाना जां सतगुरां नूं भुल के चिंता कर लेना आम ही गल्लां ने, कोई ऐसी वड्डी गल नहीं है। पर जदों सानूं सतगुरां दा सहारा होवे, सतगुर दया करके हमेशा साडे नाल अंग संग सहाई रहिंदे होण, सानूं उन्हां दे बचनां ते माण होवे, उन्हां दे बचनां ते विश्वास होवे, असीं उन्हां दे बचनां ते चलदे होईए ते फिर किसी भी तरह की डावाडोली नहीं रहिंदी सिख दे विच। इस करके सतगुरां दे बचन बहुत ही प्यारे ने, सारे ही वचन बहुत प्यारे ने। कोई भी असीं उन्हां दा वचन लै लीए, ਉਹਦਾ कोई किसी तरह का असीं मुल नहीं लगा सकते, क्योंकि ਜਦੋਂ ਇਹਦੇ मन ਦੇ ਵਿੱਚ ਡਾਵਾਂਡੋਲੀ ਆਉਂਦੀ ਏ ਤੇ ਉਦੋਂ ਇਹਦੇ ਵਾਸਤੇ, ਇਨਸਾਨ ਵਾਸਤੇ, ਜੀਵ ਵਾਸਤੇ ਇਕੱਲਾ ਇਹੋ ਨਹੀਂ ਡੋਲਦਾ, ਇਹਨੂੰ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਭੁਚਾਲ ਆ ਰਿਹਾ ਹੈ ਤੇ ਸਾਰਾ ਕੁਝ ਹੀ ਇਹਦੇ ਵਾਸਤੇ ਹਿੱਲ ਜਾਂਦਾ ਹੈ। ਇਹਨੂੰ ਸਭ ਕੁਝ ਹੀ, ਜਿੱਧਰ ਵੀ ਇਹ ਨਜ਼ਰ ਮਾਰਦਾ ਹੈ, ਇਹਨੂੰ ਸਭ ਕੁਝ ਹੀ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਹੀ ਡੋਲ ਰਿਹਾ ਹੈ। ਇਸ ਕਰਕੇ ਸਤਿਗੁਰਾਂ ਦੇ ਬਚਨਾਂ ਦੀ ਪਕੜ, ਉਹਨਾਂ ਦੀ ਸ਼ਰਨ ਮਜ਼ਬੂਤ ਹੋਣੀ ਚਾਹੀਦੀ ਹੈ। ਇਸ ਲਈ ਪਹਿਲਾਂ ਤੇ ਜਿਹੜੀ ਬੇਨਤੀ ਕਿ ਉਹਨਾਂ ਦੇ ਬਚਨ ਬਹੁਤ ਕੀਮਤੀ ਨੇ, ਤੇ ਜਦੋਂ ਅਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਜਾਂਦੇ ਹਾਂ, ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਬੈਠ ਜਾਂਦੇ ਹਾਂ, ਉਹਨਾਂ ਦੇ ਬਚਨਾਂ ਨੂੰ ਅਸੀਂ ਸੁਣਦੇ ਹਾਂ, ਤੇ ਆਪਣੀ ਕੋਸ਼ਿਸ਼ ਇੱਕ ਜ਼ਰੂਰ ਕਰੀਏ ਕਿ ਮਨ ਨੂੰ ਇਕਾਗਰ ਕਰਕੇ ਇੱਧਰ ਉੱਧਰ ਜਾਣ ਤੋਂ ਰੋਕੀਏ ਤੇ ਰੋਕ ਕੇ ਸਤਿਗੁਰਾਂ ਦੇ ਬਚਨਾਂ ਵੱਲ ਧਿਆਨ ਦੇਈਏ। ਕਿਉਂਕਿ ਜਿਸ ਤਰ੍ਹਾਂ ਡਾਕਟਰ ਕੋਲ ਜਾ ਕੇ ਅਸੀਂ ਬਿਮਾਰੀ ਦੱਸਦੇ ਹਾਂ, ਉਹ ਸਾਨੂੰ ਦਵਾਈ ਦੱਸਦਾ ਹੈ, ਪਰਹੇਜ਼ ਦੱਸਦਾ ਹੈ, ਤੇ ਬੜੇ ਚੁਕੰਨੇ ਹੋ ਕੇ ਉੱਥੇ ਸੁਣਦੇ ਹਾਂ ਅਸੀਂ ਕਿ ਹਾਂ ਬਈ ਠੀਕ ਹੈ ਵੀ ਕਿਤੇ ਕੋਈ ਗਲਤੀ ਨਾ ਹੋ ਜਾਵੇ। ਡਾਕਟਰ ਦਵਾਈ ਦਿੰਦਾ ਹੈ, ਉਹ ਦੱਸਦਾ ਹੈ ਕਿ ਆਹ ਗੋਲੀ ਸਵੇਰੇ ਖਾਣੀ ਹੈ, ਸ਼ਾਮ ਨੂੰ ਖਾਣੀ ਹੈ। ਅਸੀਂ ਬੜਾ ਧਿਆਨ ਦਿੰਦੇ ਹਾਂ, ਅਸੀਂ ਪੁੱਛ ਵੀ ਲੈਂਦੇ ਹਾਂ ਕਿ ਡਾਕਟਰ ਸਾਹਿਬ ਮੈਨੂੰ ਭੁਲੇਖਾ ਹੈ, ਆਹ ਦੱਸ ਦਿਓ ਇੱਕ ਵਾਰੀ, ਕਿਉਂਕਿ ਥੋੜ੍ਹੀ ਜਿਹੀ ਵੀ ਬੇਸਮਝੀ ਜਿਹੜੀ ਆ ਉਹ ਕੰਮ ਖਰਾਬ ਕਰ ਦਿੰਦੀ ਹੈ। ਇਸ ਕਰਕੇ ਬੜੇ ਧਿਆਨ ਦੇ ਕੇ ਸਤਿਗੁਰਾਂ ਦੇ ਬਚਨ ਜਿਹੜੇ ਆ ਅਸੀਂ ਸੁਣੀਏ। ਫਰਮਾਇਆ ਕਿ ਕਾਹੇ ਮਨ ਤੂੰ ਡੋਲਤਾ, ਸਾਨੂੰ ਹੌਸਲਾ ਦੇ ਰਹੇ ਨੇ, ਦਇਆ ਕਰ ਰਹੇ ਨੇ, ਕਿਰਪਾ ਕਰ ਰਹੇ ਨੇ, ਕਿਉਂਕਿ ਹਰ ਇੱਕ ਹੀ ਇਨਸਾਨ ਜੀਵ ਜਿਹੜਾ ਆ ਕਦੀ ਨਾ ਕਦੀ ਡੋਲਦਾ ਜ਼ਰੂਰ ਹੈ। ਜਦੋਂ ਤੋਂ ਇਹ ਹੋਸ਼ ਸੰਭਾਲਦਾ ਹੈ, ਕੁਛ ਨਾ ਕੁਛ ਚਿੰਤਾ, ਕੋਈ ਨਾ ਕੋਈ ਟੈਨਸ਼ਨ ਇਹਨੂੰ ਲੱਗੀ ਰਹਿੰਦੀ ਹੈ, ਅੱਜ ਹੋ ਰਹੇ, ਕੱਲ੍ਹ ਹੋ ਰਹੇ, ਪਰਸੋਂ ਹੋ ਰਹੇ। ਪਰ ਜੇ ਇਹ ਸਿਰਫ ਤੇ ਸਿਰਫ ਸਤਿਗੁਰਾਂ ਦੇ ਵਚਨ ਦੇ ਵਿੱਚ ਆ ਜਾਵੇ ਤੇ ਇਹਦੀਆਂ ਸਾਰੀਆਂ ਹੀ ਟੈਨਸ਼ਨਾਂ ਖਤਮ ਹੋ ਜਾਂਦੀਆਂ ਨੇ। ਹੁਣ ਸਤਿਗੁਰ ਸਾਨੂੰ ਕੀ ਫਰਮਾਉਂਦੇ ਨੇ, ਉਹ ਕੋਈ ਇੱਧਰ ਉੱਧਰ ਦੀਆਂ ਗੱਲਾਂ ਨਹੀਂ, ਕੋਈ ਇਸ ਹੋਰ ਨਹੀਂ, ਸਾਨੂੰ ਜਿਹੜਾ ਮੇਨ ਨਿਸ਼ਾਨੇ 'ਤੇ ਲਿਆਉਣ ਵਾਸਤੇ ਜੋ ਵੀ ਉਹਨਾਂ ਨੂੰ ਬਿਹਤਰ ਲੱਗਦਾ ਹੈ ਉਹ ਹੀ ਵਚਨ ਕਰਦੇ ਨੇ। ਕਿਉਂਕਿ ਸਤਸੰਗ ਜਿਹੜਾ ਆ ਕੋਈ ਉਹ 'ਚ ਹੋਰ ਇੱਧਰ ਉੱਧਰ ਦੀਆਂ ਕੋਈ ਵਪਾਰ ਦੀਆਂ, ਹੋਰ ਸੰਸਾਰ ਦੀਆਂ ਗੱਲਾਂ ਨਹੀਂ ਹੁੰਦੀਆਂ। ਉੱਥੇ ਇੱਕੋ ਹੀ ਉਸ ਨਾਮ ਦੀ ਸ਼ੋਭਾ ਹੁੰਦੀ ਹੈ, ਉਸ ਨਾਮ ਦੀ ਹੀ ਗੱਲ ਕੀਤੀ ਜਾਂਦੀ ਹੈ, ਉਸ ਨਾਮ ਨਾਲ ਹੀ ਜੋੜਿਆ ਜਾਂਦਾ ਹੈ। ਪਰ ਅਸੀਂ ਨਾਮ ਵਿੱਚ ਸਾਰੀ ਦੁਨੀਆ ਨੇ ਲਿਆ ਹੈ, ਸਾਰੇ ਸੰਸਾਰ ਨੇ ਕਿਤੋਂ ਨਾ ਕਿਤੋਂ ਨਾਮ ਲਿਆ ਹੈ, ਪਰ ਉਹ ਅਸਲੀ ਨਾਮ ਤੋਂ ਅਸੀਂ ਸਾਰੇ ਹੀ ਬੇਖਬਰ।
ਉਹਦਾ ਸਾਨੂੰ ਸਮਝ ਹੀ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਪਰ ਜਦੋਂ ਅਸੀਂ ਸਹਿਜ ਦੇ ਵਿੱਚ ਹੀ ਆਪਣੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਤੇ ਉਹ ਨਾਮ ਸਤਿਗੁਰਾਂ ਨੇ ਫਰਮਾਇਆ ਕਿ ਉਹ ਕਿਤੇ ਬਾਹਰ ਨਹੀਂ ਹੈ, ਇਹਦੇ ਅੰਦਰ ਹੀ ਹੈ। ਉਹ ਜਾਗ ਜਾਂਦਾ ਹੈ, ਇਹਨੂੰ ਪਤਾ ਲੱਗ ਜਾਂਦਾ ਹੈ, ਅੰਦਰੋਂ ਹੀ ਉਹਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਹੋਣਾ ਕਿ ਕਾਹੇ ਮਨ ਤੂੰ ਡੋਲਤਾ, ਕਾਹਦੇ ਕਰਕੇ ਤੂੰ ਡੋਲਦਾ ਹੈ? ਹੈਗਾ ਕਿ ਹਰ ਮਨਸਾ ਪੂਰਨਹਾਰ, ਕਿਉਂਕਿ ਹਰ ਇੱਕ ਦੀ ਇੱਛਾ ਤੇ ਵੱਖਰੀ ਵੱਖਰੀ ਹੁੰਦੀ ਹੈ। ਜਿਸ ਤਰ੍ਹਾਂ ਛੋਟੇ ਬੱਚੇ ਨੇ, ਉਹਨਾਂ ਨੂੰ ਪੜ੍ਹਾਈ ਦਾ ਸਮਾਂ ਹੈ ਤੇ ਉਹਨਾਂ ਨੂੰ ਇਹ ਹੁੰਦਾ ਹੈ, ਫਿਕਰ ਹੁੰਦਾ ਹੈ ਕਿ ਮੈਂ ਫੇਲ ਨਾ ਹੋ ਜਾਵਾਂ, ਪੇਪਰਾਂ 'ਚੋਂ ਪਾਸ ਹੋ ਜਾਵਾਂ। ਜਦੋਂ ਥੋੜ੍ਹਾ ਜਿਹਾ ਵੱਡੇ ਹੁੰਦੇ ਨੇ, ਪੜ੍ਹਾਈ ਲਿਖਾਈ ਹੋ ਜਾਂਦੀ ਹੈ, ਫਿਰ ਨੌਕਰੀਆਂ ਦੀ ਟੈਨਸ਼ਨ ਹੋ ਜਾਂਦੀ ਹੈ। ਉਦੋਂ ਫਿਰ ਨੌਕਰੀਆਂ ਦੀ ਹੁੰਦੀ ਹੈ ਕਿ ਕੋਈ ਅੱਛਾ ਬਿਜ਼ਨਸ ਹੋ ਜਾਏ, ਨੌਕਰੀ ਹੋ ਜਾਏ। ਅੱਗੇ ਚੱਲ ਕੇ ਵਿਆਹ ਸ਼ਾਦੀ ਦੀ ਟੈਨਸ਼ਨ ਲੈਣੀ ਸ਼ੁਰੂ ਕਰ ਦਿੰਦੇ ਹਾਂ। ਫਿਰ ਅੱਗੇ ਅੱਗੇ ਜਿਸ ਤਰ੍ਹਾਂ ਜੀ ਵੱਧਦਾ ਆ, ਸਮੇਂ ਦੇ ਨਾਲ ਨਾਲ ਅਲੱਗ ਅਲੱਗ ਜ਼ਰੂਰਤਾਂ ਹੁੰਦੀਆਂ ਨੇ, ਅਤੇ ਅਲੱਗ ਅਲੱਗ ਜਿਹੜੀਆਂ ਸਾਡੀਆਂ ਬੇਨਤੀਆਂ ਬਦਲਦੀਆਂ ਰਹਿੰਦੀਆਂ। ਪਰ ਉਹਨਾਂ ਨੇ ਸਾਰਿਆਂ ਦਾ ਹੀ ਨਿਚੋੜ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਕਾਹੇ ਮਨ ਤੋਂ ਡੋਲਤਾ, ਹਰ ਮਨਸਾ ਪੂਰਨਹਾਰ। ਕੋਈ ਵੀ ਇੱਛਾ ਹੋਵੇ, ਕਿਸੇ ਤਰ੍ਹਾਂ ਦੀ ਵੀ ਇੱਛਾ ਹੋਵੇ, ਸਤਿਗੁਰਾਂ ਨੇ ਵੀ ਕਈ ਵਾਰੀ ਵਚਨ ਫਰਮਾਏ ਸੀ ਕਿ ਇਕੱਲਾ ਇਹ ਨਹੀਂ ਕਿ ਸਿਰਫ ਪਰਮਾਰਥ ਦੀ ਹੀ ਗੱਲ ਕਰਦੇ ਨੇ, ਜਾਂ ਸਾਡੇ ਮਨਾਂ 'ਚ ਕਈ ਵਾਰੀ ਇਸ ਤਰ੍ਹਾਂ ਦਾ ਵੀ ਹੁੰਦਾ ਹੈ। ਜਦੋਂ ਕੋਈ ਬੱਚਾ ਕਿਸੇ ਪਾਸੇ ਤੁਰਨਾ ਸ਼ੁਰੂ ਕਰਦਾ ਹੈ, ਤਾਂ ਮਾਂ ਪਿਓ ਵੀ ਕਈ ਵਾਰੀ ਕਹਿੰਦੇ ਤੂੰ ਹੁਣੇ ਲੱਗ ਜਾਣਾ ਇੱਧਰ, ਪਹਿਲਾਂ ਬਾਕੀ ਕੰਮ ਕਰ ਲਾ, ਅਜੇ ਤਾਂ ਸੰਸਾਰੀ ਕੰਮ ਬੜੇ ਕਰਨ ਵਾਲੇ ਨੇ। ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਕਿਤੇ ਇਸ ਪਾਸੇ ਲੱਗ ਗਿਆ ਤੇ ਇਹਦਾ ਸਾਰਾ ਸੰਸਾਰ ਹੀ ਛੁੱਟ ਜਾਣਾ ਹੈ। ਨਹੀਂ, ਸਤਿਗੁਰੂ ਦੀਆਂ ਸਾਰੀਆਂ ਡਿਊਟੀਆਂ ਦੁਨੀਆ ਨਾਲੋਂ ਵੀ ਵਧੀਆ ਕਰਵਾਉਂਦੇ ਨੇ। ਜਿਸ ਤਰ੍ਹਾਂ ਇੱਕ ਇੰਟੈਲੀਜੈਂਟ ਬੱਚਾ ਹੁੰਦਾ ਹੈ, ਤੁਸੀਂ ਦੇਖੋ ਉਹ ਹਰ ਪਾਸੇ ਹੀ ਵਧੀਆ ਹੁੰਦਾ ਹੈ। ਉਹ ਪੜ੍ਹਨ ਲਿਖਣ 'ਚ ਵੀ ਵਧੀਆ ਹੈ, ਉਹ ਗੇਮ ਦੇ ਵਿੱਚ ਵੀ ਵਧੀਆ ਹੈ, ਹਰ ਕੰਮ ਦੇ ਵਿੱਚ ਹੀ ਐਕਟਿਵ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਸਤਿਗੁਰਾਂ ਦਾ ਉਹ ਸੇਵਾਦਾਰ ਆ, ਸਿੱਖ ਹੈ ਜਿਹਨੂੰ ਕਹਿੰਦੇ, ਉਹ ਹਰ ਕੰਮ ਦੇ ਵਿੱਚ ਹੀ ਵਧੀਆ ਹੋਏਗਾ। ਇਸ ਤਰ੍ਹਾਂ ਨਹੀਂ ਕਿ ਇੱਕ ਪਾਸੇ ਸਹੀ, ਇੱਕ ਪਾਸੇ ਗਲਤ ਜਾਂ ਕੁਛ ਵੀ, ਉਹ ਹਰ ਪਾਸੇ ਹੀ। ਅਤੇ ਉਹਦੇ ਉਹਨਾਂ ਨੇ ਕਿਹਾ ਕਿ ਹਰ ਇੱਛਾ, ਹਰ ਮਨਸਾ ਪੂਰਨਹਾਰ, ਕਿ ਹਰ ਇੱਕ ਹੀ ਉਹਦੀ ਜਿਹੜੀ ਆ ਮਨਸਾ, ਇੱਛਾ ਜਿਹੜੀ ਆ ਉਹ ਪੂਰਨ ਹੁੰਦੀ ਹੈ, ਕਿਉਂਕਿ ਪੂਰੀ ਕਰਨ ਵਾਲਾ ਸਤਿਗੁਰ ਬੈਠਾ ਵਿੱਚ, ਜਿਹਦੇ ਭੰਡਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ। ਜੋ ਵੀ ਅਸੀਂ ਮੰਗਦੇ ਹਾਂ ਉਹੋ ਹੀ ਮਿਲਦਾ ਹੈ ਸਾਨੂੰ। ਪਰ ਜਿਸ ਤਰ੍ਹਾਂ ਉਹ ਸ਼ਬਦ ਬੋਲਦੇ ਹੁੰਦੇ ਕਿ ਸਾਨੂੰ ਮੰਗਣਾ ਨਾ ਆਵੇ, ਸਾਨੂੰ ਮੰਗਣਾ ਹੀ ਨਹੀਂ ਆਉਂਦਾ ਕਿ ਅਸੀਂ ਕੀ ਮੰਗਣਾ ਹੈ, ਕਿਸ ਤਰ੍ਹਾਂ ਮੰਗਣਾ ਹੈ। ਇਸ ਲਈ ਪਹਿਲਾਂ ਥੋੜ੍ਹਾ ਜਿਹਾ ਉਸ ਚੀਜ਼ ਨੂੰ ਅਸੀਂ ਸਮਝਣਾ ਹੈ ਪਹਿਲਾਂ। ਠੀਕ ਹੈ, ਉਹਨਾਂ ਨੇ ਫਰਮਾ ਦਿੱਤਾ ਕਿ ਹਰ ਮਨਸਾ, ਕਿਉਂ ਸਾਨੂੰ ਹੌਸਲਾ ਦਿੱਤਾ ਹੈ ਕਿ ਹਰ ਮਨਸਾ ਪੂਰਨਹਾਰ, ਕਿ ਕੋਈ ਵੀ ਐਸੀ ਇੱਛਾ, ਚਾਹੇ ਸੰਸਾਰੀ ਹੈ, ਚਾਹੇ ਪਰਮਾਰਥ ਦੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਦੁਨਿਆਵੀ ਕੋਈ ਵੀ ਚੀਜ਼ ਹੈ, ਸਤਿਗੁਰ ਦਿਆ ਕਰਦੇ ਨੇ, ਕਿਰਪਾ ਕਰਦੇ ਨੇ। ਪਰ ਪਰਮਾਰਥ ਦੇ ਵਿੱਚ ਆ ਕੇ ਸਾਨੂੰ ਫਿਰ ਸਮਝ ਲੱਗਦੀ ਹੈ, ਕਿਉਂਕਿ ਕਈ ਵਾਰੀ ਹੁਣ ਜਿਸ ਤਰ੍ਹਾਂ ਬੱਚਾ ਹੀ ਹੈ, ਛੋਟਾ ਬੱਚਾ, ਅੱਗੇ ਵੀ ਕਈ ਵਾਰੀ ਮਿਸਾਲ ਦਿੱਤੀ ਹੈ ਕਿ ਛੋਟਾ ਬੱਚਾ, ਉਹਨੂੰ ਨਹੀਂ ਪਤਾ ਹੁੰਦਾ ਕੁਛ ਵੀ। ਹੁਣ ਉਹ ਜਿਹੜੀ ਅੱਗ ਬਲਦੀ ਹੁੰਦੀ ਹੈ, ਚਮਕਦੀ ਹੈ, ਜਿਹੜੀ ਲਾਟ ਨਿਕਲਦੀ ਹੈ, ਅਤੇ ਉਹ ਬੜਾ ਦੇਖ ਕੇ ਖੁਸ਼ ਹੁੰਦਾ ਹੈ। ਉਹ ਅੱਗ ਵੱਲ ਭੱਜਦਾ ਹੈ, ਹੱਥ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਮਾਂ ਉਹਨੂੰ ਹਟਾਉਂਦੀ ਹੈ ਉਸ ਚੀਜ਼ ਤੋਂ। ਉਹਨੂੰ ਪਤਾ ਹੈ, ਮਾਂ ਨੂੰ ਪਤਾ ਹੈ ਕਿ ਇਹ ਅੱਗ ਹੈ, ਇਹਨੇ ਹੱਥ ਸਾੜ ਦੇਣਾ ਇਹਦਾ, ਪਰ ਉਹ ਬੱਚੇ ਨੂੰ ਨਹੀਂ ਪਤਾ ਹੁੰਦਾ ਉਸ ਚੀਜ਼ ਦਾ। ਹੁਣ ਇੱਛਾ ਜਾਂ ਮਨਸਾ ਸਾਡੀ ਹੋ ਸਕਦੀ ਹੈ ਸਾਡੇ ਵਾਸਤੇ, ਅਸੀਂ ਬੜੀ ਹੋਵੇ ਕਿ ਨਹੀਂ, ਸਾਨੂੰ ਇਹ ਸਾਡੀ ਚੀਜ਼ ਪੂਰੀ ਹੋਣੀ ਚਾਹੀਦੀ ਹੈ। ਪਰ ਸਤਿਗੁਰਾਂ ਦੇ ਉੱਤੇ ਜਦੋਂ ਭਰੋਸਾ ਹੀ ਨਹੀਂ ਸਾਨੂੰ ਹੋਊਗਾ, ਤੇ ਫਿਰ ਅਸੀਂ ਸੁੱਖ ਨਹੀਂ ਪਾ ਸਕਦੇ। ਸਤਿਗੁਰ ਸਾਡੀ ਜ਼ਿੰਮੇਵਾਰੀ ਚੁੱਕਦੇ ਨੇ, ਉਹ ਸੱਚੇ ਮਾਤਾ ਪਿਤਾ ਹੁੰਦੇ ਨੇ, ਉਹ ਸਾਡੇ ਵਾਸਤੇ ਜੋ ਵੀ ਵਧੀਆ ਹੁੰਦਾ ਉਹ ਕਰਦੇ ਨੇ। ਹੁਣ ਸੰਸਾਰੀ ਤੌਰ 'ਤੇ ਜਦੋਂ ਅਸੀਂ ਕਿਤੇ ਮਿਹਨਤ ਕਰਦੇ ਹਾਂ, ਕਿਤੇ ਵੀ ਦੁਕਾਨ 'ਤੇ ਕੰਮ ਕਰਦੇ ਹਾਂ, ਅਗਲਾ ਬੰਦਾ ਕਹਿੰਦਾ ਹੈ ਕਿ ਬਈ ਮੈਨੂੰ ਰਾਤ ਨੂੰ ਦਿਹਾੜੀ ਮੇਰੀ ਦੇ। ਜਿਹੜਾ ਉਹਦਾ ਮਾਲਕ ਹੁੰਦਾ, ਉਹਨੂੰ ਪਤਾ ਹੁੰਦਾ ਹੈ ਕਿ ਇਹਨੇ ਜਾ ਕੇ ਸ਼ਰਾਬ ਪੀਣੀ ਹੈ, ਇਹਨੇ ਜਾ ਕੇ ਗੰਦਮੰਦ ਖਾਣਾ, ਜਾਂ ਇਹਨੇ ਜੂਆ ਖੇਡਣਾ ਹੈ, ਇਹਨੇ ਘਰਦਿਆਂ ਨਾਲ ਜਾ ਕੇ ਲੜਨਾ ਹੈ ਆਪ ਸ਼ਰਾਬਾਂ ਪੀ ਕੇ। ਪਰ ਉਹ ਕਹਿੰਦਾ ਮੈਨੂੰ ਕੀ, ਮੇਰਾ ਕੰਮ ਕੀਤਾ ਹੈ, ਮੈਂ ਇਹਨੂੰ ਪੈਸੇ ਦੇ ਤੇ ਮੇਰੇ ਵੱਲੋਂ ਜਾ ਕੇ ਮਰੇ, ਜੋ ਮਰਜ਼ੀ ਹੋਵੇ, ਮੈਂ ਕੀ ਕਹਿਣਾ ਹੈ। ਕਿਉਂਕਿ ਉਹਦਾ ਨਾਤਾ ਬੜਾ ਛੋਟਾ ਜਿਹਾ ਹੈ। ਉਹਨੂੰ ਹੋਰ ਉਹ ਕਹੂਗਾ, ਕਹਿੰਦਾ ਕਿ ਇਹ ਨਹੀਂ ਆਊਗਾ, ਹੋਰ ਆ ਜਾਏਗਾ। ਪਰ ਅਸੀਂ ਸਾਰੇ ਹੀ ਸਤਿਗੁਰਾਂ ਦੇ ਬੱਚੇ ਹਾਂ। ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਗੁਰਮਤਿ ਫਰਮਾਉਂਦੇ ਸੀ ਕਿ ਬਈ ਜਿਸ ਤਰ੍ਹਾਂ
ਇੱਕ ਬੇਟੀ ਘਰ ਦੇ ਵਿੱਚ ਜਦੋਂ ਪੈਦਾ ਹੁੰਦੀ ਹੈ ਤਾਂ ਮਾਂ-ਬਾਪ ਉਹਦਾ ਦਾਜ ਜੋੜਨਾ ਸ਼ੁਰੂ ਕਰ ਦਿੰਦੇ ਨੇ, ਹਰ ਉਹਦੀਆਂ ਪਤਾ ਹੁੰਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਵੀ ਸਾਡੀ ਹਰ ਚੀਜ਼ ਧਿਆਨ 'ਚ ਰੱਖਦੇ ਨੇ, ਪਰ ਸਾਨੂੰ ਸਮਝ ਨਹੀਂ ਲੱਗਦੀ। ਕਈ ਵਾਰੀ ਅਸੀਂ ਐਸੀਆਂ ਮੰਗਾਂ ਮੰਗਦੇ ਹਾਂ ਜਿਹੜੀਆਂ ਸਤਿਗੁਰਾਂ ਦੇ ਹੁਕਮ ਦੇ ਵਿੱਚ ਨਹੀਂ ਹੁੰਦੀਆਂ, ਉਹਨਾਂ ਨੂੰ ਮਨਜ਼ੂਰ ਨਹੀਂ ਹੁੰਦੀਆਂ। ਇੱਕ ਸਾਖੀ ਇਹ ਸ਼ਾਇਦ 6ਵੇਂ ਪਾਤਸ਼ਾਹ ਦੇ ਟਾਈਮ ਦੀ ਦੱਸਦੇ ਆ ਕਿ ਕੋਈ ਉਹਨਾਂ ਦੇ ਸੇਵਕ ਸੀ, ਉਹਨਾਂ ਨੇ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ, ਤੇ ਉਹ ਜਿਹੜਾ ਸਿੱਖ ਸੀ ਉਹ ਰੋਜ਼ ਜਾਂਦਾ ਸੀ ਮੱਥਾ ਟੇਕ ਕੇ, ਆਪਣਾ ਜੋ ਵੀ ਕਾਰੋਬਾਰ ਕਰਦਾ ਸੀ, ਕੰਮ ਕਰਦਾ ਸੀ। ਘਰ ਦੀ ਨੇ ਬੜੀ ਜਿੱਦ ਕੀਤੀ, ਉਹਨੂੰ ਕਹਿਣ ਲੱਗੀ ਕਿ ਤੂੰ ਜਾਣਾ ਹੈ ਤੇ ਤੂੰ ਬੇਨਤੀ ਕਿਉਂ ਨਹੀਂ ਕਰਦਾ ਉਹਨਾਂ ਨੂੰ। ਉਹ ਕਹਿਣ ਲੱਗਿਆ ਕਿ ਦੇਖੋ ਵੀ ਉਹ ਸਤਿਗੁਰਾਂ ਨੂੰ ਕਿਹੜੀ ਚੀਜ਼ ਦਾ ਪਤਾ ਨਹੀਂ ਆ, ਸਭ ਕੁਝ ਪਤਾ ਹੈ, ਜਦੋਂ ਉਹਨਾਂ ਦੀ ਹੋਏਗੀ ਮੌਜ ਹੋਏਗੀ ਸਭ ਕੁਝ ਦੇਣਗੇ। ਕਾਫੀ ਵਾਰੀ ਉਹਨੇ ਕਿਹਾ, ਬੜੇ ਦੇਰ ਕਹਿੰਦੀ ਰਹੀ ਕਿ ਬਈ ਤੂੰ ਜਾ, ਤੂੰ ਅਰਜ਼ ਕਰ, ਤੂੰ ਬੇਨਤੀ ਕਰ। ਉਹ ਕਹਿੰਦਾ ਨਹੀਂ, ਕਿਉਂਕਿ ਜਿਹੜੇ ਸਿੱਖ ਨੂੰ ਸਮਝ ਲੱਗ ਜਾਂਦੀ ਹੈ ਤੇ ਉਹ ਫਿਰ ਵਿਸ਼ਵਾਸ ਭਰੋਸੇ ਤੇ ਚੱਲਦਾ, ਮੌਜ 'ਚ ਚੱਲਦਾ ਹੈ, ਆਪਣੀਆਂ ਜਿੱਦਾਂ ਨਹੀਂ ਕਰਦਾ ਕਿਸੇ ਗੱਲ ਦੇ ਵਿੱਚ। ਉਹ ਜਿਹੜੀ ਉਹਦੀ ਹੈਗੀ ਸੀ ਘਰ ਦੀ, ਉਹ ਇੱਕ ਦਿਨ ਜਿੱਦੇ ਪੈ ਗਈ ਬਹੁਤ ਜ਼ਿਆਦਾ, ਪਰ ਉਹ ਨਹੀਂ ਮੰਨਿਆ ਤੇ ਉਹਦੇ ਜਾਣ ਤੋਂ ਬਾਅਦ ਆਪ ਹੀ ਸਤਿਗੁਰਾਂ ਦੇ ਪਾਸ ਪਹੁੰਚ ਗਈ। ਕਹਿੰਦੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਸ ਤਰ੍ਹਾਂ ਗੱਲ ਹੈ ਤੇ ਸਾਨੂੰ ਦਇਆ ਕਰੋ, ਕਿਰਪਾ ਕਰੋ ਸਾਡੇ ਉੱਤੇ। ਸਤਿਗੁਰੂ ਫਰਮਾਉਣ ਲੱਗੇ ਕਿ ਬੇਟੇ ਸਭ ਕੁਝ ਹੋਏਗਾ, ਪਰ ਮੌਜ ਦੇ ਵਿੱਚ ਚੱਲੀਏ, ਸਤਿਗੁਰੂ ਦੇਣਗੇ ਸਭ ਕੁਝ, ਪਰ ਜਿੱਦ ਨਾ ਕਰੀਏ। ਪਰ ਨਹੀਂ, ਕਈ ਚੀਜ਼ਾਂ ਮਤਲਬ ਨਹੀਂ, ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ, ਮੈਨੂੰ ਦੁਨੀਆ ਇੱਦਾਂ ਕਹਿੰਦੀ ਹੈ, ਮੈਨੂੰ ਫਲਾਣਾ ਇੱਦਾਂ ਕਹਿੰਦਾ ਹੈ, ਸਾਨੂੰ ਲੋਕ ਮਿਹਣੇ ਮਾਰਦੇ ਨੇ। ਸਤਿਗੁਰਾਂ ਨੇ ਬੜਾ ਸਮਝਾਇਆ, ਬੇਟੇ ਲੋਕਾਂ ਦੀ ਨਹੀਂ ਗੱਲ ਕਰੀ ਦੀ, ਅਸੀਂ ਆਪਣਾ ਦੇਖੀਏ, ਸਾਨੂੰ ਪਤਾ ਹੈ ਨਾ, ਲੋਕਾਂ ਨੂੰ ਤਾਂ ਨਹੀਂ ਪਤਾ। ਪਰ ਉਹਨੇ ਜਿੱਦ ਕੀਤੀ ਕਿ ਨਹੀਂ, ਮੈਨੂੰ ਜਿਹੜਾ ਆ ਮੇਰੇ 'ਤੇ ਦਇਆ ਕਰੋ, ਕਿਰਪਾ ਕਰੋ, ਅਸੀਂ ਤੁਹਾਡੇ ਸੇਵਕ ਹਾਂ, ਅਸੀਂ ਇੱਦਾਂ ਹਾਂ, ਉੱਦਾਂ ਹੈ। ਹੁਣ ਜਦੋਂ ਜਿਸ ਤਰ੍ਹਾਂ ਕਿਸੇ ਕੋਲ ਕਿਸੇ ਦੀ ਦੌਲਤ ਪਈ ਹੋਵੇ, ਕਿਸੇ ਦੀ ਮਿਹਨਤ ਪਈ ਹੋਵੇ, ਤੇ ਬਈ ਉਹ ਵੀ ਇੱਕ ਕਾਨੂੰਨ ਦੇ ਵਿੱਚ ਬੱਝੇ ਹੁੰਦੇ ਨੇ। ਜਦੋਂ ਅਸੀਂ ਕੋਈ ਜਿੱਦ ਕਰਦੇ ਹਾਂ, ਠੀਕ ਹੈ, ਵਚਨ ਮੰਨ ਵੀ ਲੈਂਦੇ ਨੇ ਸਾਡਾ, ਪਰ ਉਹਦੇ ਨਾਲ ਸਾਨੂੰ ਘਾਟਾ ਪੈਂਦਾ ਹੈ। ਹਾਂ, ਦਇਆ ਕਰ ਦੇਣ, ਕਿਰਪਾ ਕਰ ਦੇਣ, ਬਖਸ਼ ਦੇਣ ਤੇ ਉਹਨਾਂ ਦੀ ਮੌਜ ਹੈ। ਇਸ ਕਰਕੇ ਸਤਿਗੁਰਾਂ ਨੇ ਫਰਮਾਉਣਾ ਕਿ ਸਤ ਵਚਨ ਹੀ ਕਰੀਏ। ਉਹਨੇ ਜਿੱਦ ਕੀਤੀ, ਚਲੇ ਗਏ, ਚਲੋ ਜਿਸ ਤਰ੍ਹਾਂ ਸਤਿਗੁਰ ਕਹਿਣ ਲੱਗੇ ਠੀਕ ਹੈ ਬੇਟੇ, ਜਿੱਦਾਂ ਵੀ। ਉਹਦੇ ਘਰ ਜਦੋਂ ਬੱਚਾ ਹੋਇਆ, ਬੇਟਾ ਹੋਇਆ, ਤੇ ਚਲੋ ਬੜਾ ਖੁਸ਼ ਸੀ ਤੇ ਕਹਿਣ ਲੱਗੇ ਕਿ ਅਸੀਂ ਸਤਿਗੁਰਾਂ ਦੇ ਦਰਬਾਰ ਲੈ ਕੇ ਜਾਣਾ, ਇਹਨੂੰ ਮੱਥਾ ਟਿਕਾ ਕੇ ਲਿਆਉਣਾ ਹੈ। ਜਦੋਂ ਉਹ ਮੱਥਾ ਟਿਕਾਉਣ ਵਾਸਤੇ ਲਿਆਏ ਉੱਥੇ, ਤੇ ਜਦੋਂ ਉਹਨਾਂ ਨੇ ਉੱਥੇ ਸਤਿਗੁਰਾਂ ਦੇ ਚਰਨਾਂ 'ਚ ਕਹਿੰਦੇ ਮੱਥਾ ਟੇਕਿਆ, ਟਿਕਾਇਆ ਲਿਆ ਕੇ, ਤੇ ਉਹ ਬੱਚਾ ਖਤਮ ਹੋ ਗਿਆ। ਬੜਾ ਉਹਨਾਂ ਨੂੰ ਉਹਦਾ ਲੱਗਾ ਅਟਪਟਾ ਜਿਹਾ ਕਿ ਬਈ ਚੰਗਾ ਭਲਾ ਸੀ, ਇੱਥੇ ਆ ਕੇ ਇਹਨੂੰ ਕੀ ਹੋ ਗਿਆ। ਮਨ 'ਚ ਕਈ ਤਰ੍ਹਾਂ ਦੇ ਰੋਸ ਵੀ ਆਏ ਹੋਣਗੇ, ਕਈ ਕੁਛ ਹੋਇਆ। ਚਲੇ ਗਏ, ਵਾਪਸ ਚਲੇ ਗਏ, ਪਰ ਮਨ ਦੇ ਵਿੱਚ ਉਹੀ ਖਿਆਲ ਅੰਦਰੋਂ ਅੰਦਰ ਕਿ ਨਹੀਂ ਜੀ, ਇੱਥੇ ਆ ਕੇ ਆਇਆ, ਮੈਨੂੰ ਜ਼ਰੂਰ ਦਿਓ, ਮੈਨੂੰ ਕਰੋ ਇਸ ਤਰ੍ਹਾਂ ਕਰ। ਫਿਰ ਕੁਝ ਟਾਈਮ ਬਾਅਦ ਫਿਰ ਬੱਚਾ ਹੋਇਆ, ਬੇਟਾ ਹੋਇਆ। ਘਰ ਦੀ ਕਹਿਣ ਲੱਗੀ ਹੁਣ ਨਹੀਂ ਮੈਂ ਮੱਥਾ ਟਿਕਾਉਣ ਵਾਸਤੇ ਖੜਨਾ ਹੈਗਾ, ਅੱਗੇ ਵੀ ਚੰਗਾ ਭਲਾ ਸੀ, ਉੱਥੇ ਜਾ ਕੇ ਇਸ ਤਰ੍ਹਾਂ ਹੋ ਗਿਆ, ਹੁਣ ਨਹੀਂ ਮੈਂ ਖੜਨਾ। ਉਹ ਕਹਿੰਦਾ, ਉਹਦਾ ਘਰ ਵਾਲਾ ਕਹਿਣ ਲੱਗਾ ਕਿ ਦੇਖ ਕਿ ਜੋ ਵੀ ਆ ਸਾਡੇ ਸਤਿਗੁਰ ਨੇ, ਅਸੀਂ ਉੱਥੇ ਹੀ ਜਾ ਕੇ ਦਾ ਜੋ ਵੀ ਨਾਮ ਲਿਖਾਉਣਾ ਕਰਨਾ ਹੈ, ਤੇ ਅਸੀਂ ਲੈ ਕੇ ਚੱਲੀਏ। ਉੱਥੇ ਲੈ ਗਏ, ਜਦੋਂ ਜਾ ਕੇ ਫਿਰ ਮੱਥਾ ਟਿਕਾਇਆ, ਉਹ ਬੱਚਾ ਫਿਰ ਪੂਰਾ ਹੋ ਗਿਆ। ਹੁਣ ਸੰਸਾਰੀ ਤੌਰ ਦੇ ਉੱਤੇ ਬੜੀ ਇੱਕ ਵੱਡੀ ਗੱਲ ਹੈ, ਕੋਈ ਐਸੀ ਗੱਲ ਨਹੀਂ ਹੈਗੀ ਕਿ ਕੋਈ ਸਾਡੇ ਸਮਝ 'ਚ, ਜੇ ਪਰ ਜੇ ਤੇ ਇਹ ਗੁਰੂ ਦੀ ਮੌਜ 'ਚ ਹੋਵੇਗਾ, ਰਜਾ 'ਚ ਹੋਵੇਗਾ, ਤੇ ਫਿਰ ਇਹਨੂੰ ਕੋਈ ਵੀ ਕਿੰਤੂ ਪਰੰਤੂ ਨਹੀਂ ਹੋਏਗਾ। ਉਹ ਬੱਚਾ ਉਹ ਵੀ ਫਿਰ ਹੋ ਗਿਆ। ਫਿਰ ਮਨ ਦੇ ਵਿੱਚ ਬੜਾ ਰੋਸ ਕੀਤੇ, ਬਹੁਤ ਕੀਤਾ। ਸਤਿਗੁਰ ਫਰਮਾਉਣ ਲੱਗੇ ਕੋਈ ਨਹੀਂ ਬੇਟੇ, ਘਬਰਾ ਨਾ ਤੂੰ, ਗੁਰੂ ਮਹਾਰਾਜ ਦਇਆ ਕਰਨਗੇ। ਪਰ ਉਹਦੇ ਮਨ ਬੋਲੇ, ਮੂੰਹ ਤੋਂ ਤਾਂ ਕੁਛ ਨਾ ਬੋਲੀ, ਪਰ ਮਨ ਦੇ ਵਿੱਚ ਕਈ ਕੜਵਾਹਟ ਰੱਖ ਕੇ, ਕਈ ਕੁਛ ਕਰਕੇ ਤੇ ਵਾਪਸ ਚਲੇ ਗਏ। ਉਹ ਸਿੱਖ ਜਿਹੜਾ ਸੀ, ਉਹ ਰੋਜ਼ ਉਹਨੇ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਉਸੇ ਤਰ੍ਹਾਂ ਹੀ ਹਾਜ਼ਰੀ ਭਰਦਾ ਰਿਹਾ, ਉਸੇ ਤਰੀਕੇ ਨਾਲ ਜੋ ਉਹਦਾ ਨਿਤਨੇਮ ਸੀ ਉਸੇ ਤਰ੍ਹਾਂ ਹੀ ਚੱਲਦਾ ਰਿਹਾ। ਸਤਿਗੁਰਾਂ ਨੇ ਫਿਰ ਕਿਰਪਾ ਕੀਤੀ, ਫਿਰ ਬੇਟਾ ਹੋਇਆ। ਜਦੋਂ ਬੇਟਾ ਹੋਇਆ ਤੇ
घर च लड़ाई पै गई, वो कहती हुण तो नहीं मैं जाना, पक्का तैनूं दस दिता है हुण नहीं जाना मैं लैके। वो कहण लगा कि देख कि जो मर्जी है बख्शिश उन्हां दी है, उन्हां दी दया है, किरपा है, तो बई मैं तो नहीं इस तरह कर सकता, भावें रवे ना रवे कुछ भी होवे, तो मैं उन्हां दी दातां ने जो उन्हां दी मौज होई चल रहा है, मैं जाना जरूर है उन्हां। चलो जिद की उन्हें भी, तो कहने लगा कि बई लैके चलीए, होर भी कई सत्संगी समझाया, उन्होंने लैके गए। जो उन्होंने जाके मत्था टिकाया तो सतगुरां ने उहदे सिर ते हत्थ रखिया, आशीर्वाद दिता कि वड्डियां उमरां होण, दया करन, किरपा होवे सतगुर। वो घर दी कहण लगी कि जे तुसीं इहो आशीर्वाद जिहड़ा सी हुण दे रहे हो, इहनूं इस तरह कर रहे हो, तो पहिलां क्यों नहीं तुसीं दिता? ਪਹਿਲਾਂ भी तो ਤੁਹਾਡੇ ਕੋਲ आउंदे ने मत्था टिकाउण, ਤੇ ਸਭ ਹੋਣ ਲੱਗੇ कि काका ਤੈਨੂੰ नहीं पता अपने ਕਰਮਾਂ ਦਾ, कि तेरे ਕਰਮਾਂ ਦੇ ਵਿੱਚ ਉਹ है ही नहीं, सत्त जन्मां तक औलाद ਦਾ सुख नहीं हैगा तेरे ਕਰਮਾਂ। पर जो भी वो ਨਿਤਨੇਮ ਜਾਂ ਉਹਨਾਂ ਦੇ ਬਚਨ ਦੇ ਵਿੱਚ ਚੱਲਨੇ, ਸੇਵਾ ਚੱਲਨੇ, ਸਤਿਗੁਰੂ ਜਿਸ ਤਰ੍ਹਾਂ ਸਾਡੇ ਜਿਹੜੇ ਭਾਗ ਨੇ, ਲੇਖ ਨੇ, ਬਦਲਦੇ ਨੇ ਸਾਡੇ ਉਸ ਵਿਸ਼ਵਾਸ ਦੇ ਉੱਤੇ, ਭਰੋਸੇ 'ਤੇ। ਪਰ ਕਹਿੰਦੇ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਜਿੱਦ ਕਰ ਲੈਂਦੇ ਹਾਂ ਕਈ ਵਾਰੀ। ਜਿਸ ਤਰ੍ਹਾਂ ਉਹ ਅੱਗ ਵਾਲੀ ਗੱਲ ਦੱਸੀ ਕਿ ਅੱਗ, ਹੁਣ ਉਹ ਜਿਹੜੇ ਹੈਗੇ ਸੀ, ਹੋ ਸਕਦਾ ਕਿ ਉਹ ਜਿਹੜੀਆਂ ਚੀਜ਼ਾਂ ਉਸੇ ਤਰੀਕੇ ਨਾਲ ਹੀ ਹੁੰਦੀਆਂ ਕੋਈ, ਪਰ ਉਹਨਾਂ ਨੂੰ ਨਹੀਂ ਸੀ ਪਤਾ। ਫਿਰ ਸਤਿਗੁਰਾਂ ਨੇ ਭੇਦ ਖੋਲ੍ਹਿਆ, ਕਹਿੰਦੇ ਕਿ ਆਹ ਜਿਹੜਾ ਪਹਿਲਾ ਬੱਚਾ ਹੋਇਆ ਸੀ, ਇਹਨੇ ਇੰਨੇ ਸਾਲ ਦਾ ਹੋ ਕੇ ਤੇ ਇਹਨੇ ਖਤਮ ਹੋ ਜਾਣਾ ਸੀ, ਤੇ ਤੂੰ ਉਦੋਂ ਵੀ ਕਹਿਣਾ ਸੀ ਉਹੀ ਕਿ ਇਹਦੇ ਨਾਲੋਂ ਤੇ ਜੰਮਦਾ ਹੀ ਮਰ ਜਾਂਦਾ। ਕਹਿੰਦੇ ਉਹ ਕਰਮ ਇਸ ਤਰ੍ਹਾਂ ਦਾ ਸੀ। ਦੂਸਰੇ ਬੱਚੇ ਬਾਰੇ ਵੀ ਦੱਸਿਆ, ਕਹਿਣ ਲੱਗੇ ਕਿ ਇਹਨੇ ਵੱਡੇ ਹੋ ਕੇ ਤੇ ਬਹੁਤ ਜ਼ਿਆਦਾ ਤੁਹਾਨੂੰ ਦੁੱਖ ਦੇਣੇ ਸੀ, ਤੁਹਾਨੂੰ ਇਹਨਾਂ ਨੇ ਦੋਨਾਂ ਨੂੰ ਇਹਨੇ ਘਰੋਂ ਬਾਹਰ ਕੱਢਣਾ ਸੀ, ਇਹਨੇ ਬਹੁਤ ਇਹਨੇ ਦੁੱਖ ਦੇਣੇ ਸੀ, ਸਮਾਜ ਦੇ ਵਿੱਚ ਵੀ ਇਹਨੇ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਮਤਲਬ ਗਲਤ ਕੰਮ ਕਰਨੇ ਸੀ, ਤੇ ਬਾਹਰ ਵੀ ਤੁਹਾਡੀ ਬੇਇੱਜ਼ਤੀ ਹੋਣੀ ਸੀ, ਸਤਿਗੁਰਾਂ ਦੇ ਨਾਮ ਨੂੰ ਵੀ ਆਉਣਾ ਸੀ, ਤੇ ਉਦੋਂ ਵੀ ਤੁਸੀਂ ਇਹੋ ਹੀ ਗੱਲ ਕਹਿਣੀ ਸੀ ਕਿ ਇਹਦੇ ਨਾਲੋਂ ਤੇ ਨਾ ਹੀ ਜਨਮ ਲੈਂਦਾ ਕੁਛ ਵੀ ਹੋ ਜਾਂਦਾ। ਕਹਿੰਦੇ ਕਿ ਉਹ ਜਿਹੜਾ ਸਤਿਗੁਰਾਂ ਦੇ ਜਨਮਾਂ ਦੇ ਕਰਮ ਸੀ, ਜਿਹੜੇ ਤੁਹਾਡੇ ਕਰਮਾਂ ਦੇ ਵਿੱਚ ਹੈਗਾ ਸੀ ਉਦੋਂ, ਉਹ ਸਤਿਗੁਰਾਂ ਨੇ ਕੱਟ ਦਿੱਤਾ ਹੈ ਆਪਣੇ ਹੁਕਮ ਦੇ ਵਿੱਚ। ਜਿਸ ਤਰ੍ਹਾਂ ਉਹਨਾਂ ਦੇ ਮੌਜ ਦੇ ਵਿੱਚ ਤੇ ਉਹਦੇ ਬੱਚੇ ਉਹਨਾਂ ਕੱਟ ਕੇ ਤੇ ਬਈ ਇਹ ਦਾਤ ਬਖਸ਼ੀ। ਹੁਣ ਸਾਨੂੰ ਜਦੋਂ ਸਮਝ ਨਹੀਂ ਹੁੰਦੀ ਤੇ ਅਸੀਂ ਬਾਰ-ਬਾਰ ਉਹੀ ਚੀਜ਼ਾਂ ਕਰਦੇ ਹਾਂ, ਉਹਨਾਂ ਦੀ ਰਜਾ ਦੇ ਵਿੱਚ ਕਦੀ ਨਹੀਂ ਆਉਂਦੇ। ਛੋਟੀਆਂ ਛੋਟੀਆਂ ਚੀਜ਼ਾਂ ਨੇ। ਮੈਂ ਕਈ ਵਾਰੀ ਕਿਹਾ ਕਿ ਸਤਸੰਗ ਦੇ ਵਿੱਚ ਹੋਰ ਕੋਈ ਚੀਜ਼ ਨਹੀਂ, ਕੋਈ ਵੀ ਸਤਿਗੁਰਾਂ ਦਾ ਬਚਨ ਹੋਵੇ ਉਹ ਸਾਨੂੰ ਉਸੇ ਹੀ ਨਾਮ ਨਾਲ ਜੋੜਦੇ ਨੇ, ਉਸੇ ਭਕਿਆਈ ਕਰਾਉਂਦੇ ਨੇ। ਮੈਂ ਕਈ ਵਾਰੀ ਦੱਸਦਾ ਹੈ ਕਿ ਸਮਾਂ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ, ਕਦੀ ਕਿਸੇ ਤਰ੍ਹਾਂ ਦਾ, ਪਰ ਹਰ ਇੱਕ ਸਮਾਂ ਜਿਹੜਾ ਸਾਨੂੰ ਕੁਝ ਨਾ ਕੁਝ ਸਿਖਾਉਣ ਵਾਸਤੇ ਆਉਂਦਾ ਹੈ, ਤੇ ਸਾਨੂੰ ਸਿੱਖਣਾ ਚਾਹੀਦਾ ਉਹਦੇ ਤੋਂ। ਹੁਣ ਦੇਖੋ ਅਸੀਂ ਅੱਜ ਬੈਠੇ ਹਾਂ ਸਾਰੇ ਇੱਥੇ, ਜਿਸ ਤਰ੍ਹਾਂ ਗੁਰਮਤਿ ਦਾ ਭੰਡਾਰਾ ਆਉਣ ਵਾਲਾ ਹੈ, ਭੰਡਾਰੇ ਦੇ ਦਿਨਾਂ 'ਚ ਤੁਸੀਂ ਦੱਸੋ ਕਿ ਕਿੰਨਾ ਚਾਅ ਹੁੰਦਾ ਹੈ, ਕਿੰਨੀ ਚਹਿਲ ਪਹਿਲ ਕਿਸ ਤਰ੍ਹਾਂ ਹੁੰਦਾ ਹੈ ਸਭ ਨੂੰ। ਹੁਣ ਅਸੀਂ ਸਤਿਗੁਰਾਂ ਦੇ ਹੁਕਮ ਦੇ ਵਿੱਚ ਹੀ ਜੋ ਵੀ ਉਹਨਾਂ ਦੀ ਮੌਜ ਹੈ, ਜਿਸ ਤਰ੍ਹਾਂ ਉਹ ਸਾਨੂੰ ਚਲਾਉਣਾ ਚਾਹ ਰਹੇ ਨੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸੇ ਤਰ੍ਹਾਂ ਚੱਲੀਏ। ਪਰ ਫਿਰ ਵੀ ਅਸੀਂ ਜੀਵਾਂ, ਕਈ ਵਾਰੀ ਗਲਤੀਆਂ ਹੁੰਦੀਆਂ ਨੇ, ਭੁੱਲਾਂ ਹੁੰਦੀਆਂ ਨੇ, ਪਰ ਮੈਂ ਫਿਰ ਵੀ ਬੇਨਤੀ ਕਰਦਾ ਰਹਿਣਾ ਹੈ ਕਿ ਸਮਝਣਾ ਹੈ ਅਸੀਂ ਸਾਰਿਆਂ ਨੇ ਕੀ ਕਰਨਾ ਹੈ ਕਿ ਸਤਿਗੁਰਾਂ ਦੇ ਹੁਕਮ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨੀ। ਕਿਉਂਕਿ ਕੋਈ ਟਾਈਮ ਨਾਲ ਨਹੀਂ, ਕੋਈ ਅਸੀਂ ਕਹੀਏ ਕਿ ਅਸੀਂ ਜੀ ਬਾਬਾ ਜੀ ਦੇ ਸਿੱਖ ਹਾਂ, ਅਸੀਂ ਪਹਿਲੇ ਮਹਾਰਾਜ ਦਾ ਸਾਨੂੰ ਹੁਕਮ ਆ, ਉਹਨਾਂ ਦਾ ਨਾਮ ਆ, ਜਾਂ ਉਸ ਤੋਂ ਵੀ ਪੁਰਾਣਾ, ਜਿੰਨਾ ਮਰਜ਼ੀ ਜਿੱਥੇ ਮਰਜ਼ੀ ਹੋਈਏ, ਹੈ ਤੇ ਉਹਨਾਂ ਦੇ ਬੱਚੇ ਆ ਸਾਰੇ ਅਸੀਂ। ਪਰ ਜਦੋਂ ਤੱਕ ਸਾਨੂੰ ਹੁਕਮ ਮੰਨਣਾ ਨਹੀਂ ਆਉਂਦਾ, ਵਚਨ ਮੰਨਣਾ ਨਹੀਂ ਆਉਂਦਾ, ਸਤ ਵਚਨ ਕਰਨਾ ਨਹੀਂ ਆਉਂਦਾ, ਇਹ ਕੁਛ ਵੀ ਨਹੀਂ ਕਰ ਸਕਦਾ। ਜੀ ਤੇ ਜਿਹੜੇ ਪਸ਼ੂ ਉਹ ਵੀ ਰਹੇ ਨੇ, ਖਾ ਪੀ ਤੇ ਉਹ ਵੀ ਰਹੇ ਨੇ, ਭੋਗ ਤੇ ਉਹ ਵੀ ਰਹੇ ਨੇ, ਪਰ ਇਹਦੇ ਮਨ 'ਚ ਕਦੀ ਖੁਸ਼ੀ ਨਹੀਂ ਆ ਸਕਦੀ, ਇਹਦੇ ਮਨ 'ਚ ਕਦੀ ਉਹ ਜਿਹੜਾ ਖੇੜਾ ਨਹੀਂ ਆ ਸਕਦਾ। ਇਹ ਹਰ ਵੇਲੇ ਹੀ ਡਰਿਆ ਕਰਨਾ, ਕੋਈ ਕੁਛ ਨਾ ਕੁਛ ਇਹਦੇ ਮਨ 'ਚ ਚਿੰਤਾ ਸੋਗ ਜਿਹੜੇ ਆ ਫਿਰ ਉਹ ਰਹਿੰਦੇ ਨੇ। ਇਸ ਲਈ ਸਭ ਤੋਂ ਪਹਿਲਾਂ ਇਹ ਚੀਜ਼ ਜ਼ਰੂਰੀ ਹੈ ਕਿ ਅਸੀਂ ਜਦੋਂ ਵੀ ਸਾਡੀਆਂ ਅੱਖਾਂ ਖੁੱਲ੍ਹਣ ਸਵੇਰੇ,
ਤੇ ਸਤਿਗੁਰਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਿਆ ਕਰੀਏ ਕਿ ਸਤਿਗੁਰੂ ਜੀ ਦਇਆ ਕਰੋ, ਕਿਰਪਾ ਕਰੋ, ਆਪਣੇ ਹੁਕਮ 'ਚ ਰਹਿਣ ਦਾ ਬਲ ਬਖਸ਼ੋ ਸਾਨੂੰ। ਕਿਉਂਕਿ ਜੇ ਹੁਕਮ 'ਚ ਰਹਿਣਾ ਆ ਗਿਆ ਤੇ ਇਹਦੀਆਂ ਸਭ ਮੁਸੀਬਤਾਂ ਟਲ ਜਾਂਦੀਆਂ ਨੇ। ਅਸੀਂ ਚਲੋ ਬਾਕੀ ਤਾਂ ਸਾਖੀਆਂ ਪੁਰਾਣੀਆਂ, ਆਪਾਂ ਸਤਿਗੁਰਾਂ ਦੇ ਸੰਗਤ ਦੇ ਵਿੱਚ ਕਈ ਜਾਣਦੇ ਹਾਂ, ਕਈ ਬੱਚੇ ਐਸੇ ਗੁਰੂ ਮਹਾਰਾਜ ਜੀ ਨੇ ਕਈ ਨਿਯਮ ਬਣਾਏ ਜਿਹੜੇ ਦੁਨੀਆ 'ਤੇ ਵੱਖਰੇ ਹੀ ਆ ਦੁਨੀਆ ਨਾਲੋਂ। ਜਿਸ ਤਰ੍ਹਾਂ ਮੈਂ ਕਈ ਵਾਰੀ ਦੱਸਿਆ ਕਿ ਆਪਣੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕਿ ਬਈ ਅਸੀਂ ਆਉਂਦੇ ਹਾਂ, ਆਉਂਦੇ ਵੀ ਚਲੋ ਉਹਨਾਂ ਦੇ ਹੁਕਮ 'ਚ ਆ, ਪਰ ਜਦੋਂ ਜਾਣਾ ਹੈ ਤੇ ਸਤਿਗੁਰਾਂ ਨੇ ਫਰਮਾਇਆ ਕਿ ਛੁੱਟੀ ਲੈ ਕੇ ਜਾਣਾ ਹੈ। ਕੁਛ ਨਾ ਕੁਛ ਉਹਦੇ ਪਿੱਛੇ ਕਾਰਨ ਨੇ। ਹੋ ਜੇ ਅਸੀਂ ਸੰਗਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਸਮਝ ਆਏਗੀ। ਨਹੀਂ ਵੀ ਸਮਝ ਆਉਂਦੀ ਤਾਂ ਵੀ ਮੰਨੀਏ ਅਸੀਂ। ਇਸੇ ਤਰ੍ਹਾਂ ਬਾਕੀਆਂ ਸੇਵਾ ਨੇ, ਸੇਵਾਦਾਰ ਸੇਵਾ ਕਰਦੇ ਨੇ ਬਾਕੀ ਜਿੱਥੇ ਜਿੱਥੇ ਵੀ ਹੈ। ਬਾਕੀ ਵੀ ਹਰ ਵਾਰੀ ਮੈਂ ਭੰਡਾਰਿਆਂ ਦੇ ਲਾਗੇ ਬੇਨਤੀ ਕਰਦਾ ਹੁੰਦਾ ਕਿ ਬਈ ਇਹ ਜਿਹੜੇ ਦਿਨ ਵਾਰ ਨੇ ਇਹ ਸਤਿਗੁਰਾਂ ਨੇ ਕਦ ਲਈ ਮੁਕਰਰ ਕੀਤੇ। ਮੈਂ ਇੱਕੋ ਗੱਲ ਕਹਿੰਦਾ ਹੈ ਕਿ ਬਈ ਸਤਿਗੁਰਾਂ ਦਾ ਹੁਕਮ ਜਿਹੜਾ ਆ ਉਹ ਇਹ ਨਹੀਂ ਕਿ ਜਿਹੜਾ ਸਾਨੂੰ ਵੱਖਰਾ ਵੱਖਰਾ ਲੱਗਾ ਹੈ। ਕੋਈ ਕਹਿੰਦਾ ਹੈ ਮੈਨੂੰ ਇਸ ਤਰ੍ਹਾਂ ਕਿਹਾ, ਕੋਈ ਕਹਿੰਦਾ ਮੈਨੂੰ ਇਸ ਤਰ੍ਹਾਂ ਕਿਹਾ। ਮੈਂ ਕਹਿੰਦਾ ਕਿ ਜੇ ਸਤਿਗੁਰ ਇੱਕ ਨੇ ਤੇ ਬਈ ਆਪਣੇ ਬੱਚਿਆਂ ਵਾਸਤੇ ਕੁਝ ਚੀਜ਼ਾਂ ਠੀਕ ਹੈ, ਉਹ ਵੱਖਰੀਆਂ ਵੱਖਰੀਆਂ ਵੀ ਡਿਊਟੀਆਂ ਵੀ ਲਗਾਉਂਦੇ ਨੇ, ਕਰਦੇ ਨੇ ਸਾਡਾ ਮਨ ਦੇ ਹਾਲਾਤ ਦੇਖ ਕੇ, ਪਰ ਕੁਝ ਚੀਜ਼ਾਂ ਨੇ ਉਹ ਸਾਰੀਆਂ ਸੰਗਤ ਵਾਸਤੇ ਇੱਕੋ ਹੀ ਹੈ। ਪਰ ਅਸੀਂ ਆਪਣੇ ਆਪਣੇ ਮਨ ਦੇ ਮੁਤਾਬਕ ਆਪਣੇ ਆਪਣੀਆਂ ਚੀਜ਼ਾਂ ਨੂੰ ਫੜ ਲੈਂਦੇ ਹਾਂ। ਕੋਈ ਕਹਿੰਦਾ ਮੈਨੂੰ ਇਸ ਤਰ੍ਹਾਂ, ਕੋਈ ਕਹਿੰਦਾ ਇਸ ਤਰ੍ਹਾਂ। ਨਹੀਂ, ਇਹ ਨਹੀਂ ਹੋਣੀ ਚਾਹੀਦੀ। ਪਰ ਮੈਂ ਕਹਿੰਦਾ ਕਿ ਬਈ ਸੰਗਤ 'ਚ ਆ ਕੇ ਕੋਈ ਵੀ ਜਿੱਥੇ ਡਿਊਟੀਆਂ ਸੇਵਾਦਾਰਾਂ ਦੀਆਂ ਜਾਂ ਕਿਤੇ ਵੀ ਤੁਹਾਡੀਆਂ ਕਿਤੇ ਵੀ ਲੱਗਦੀਆਂ ਨੇ, ਬਸ ਉੱਥੇ ਅਸੀਂ ਸਤਿਗੁਰਾਂ ਦਾ ਬਚਨ ਮੰਨ ਕੇ ਉੱਥੇ ਕਰੀਏ। ਥੋੜ੍ਹੇ ਦਿਨ ਪਹਿਲਾਂ ਮੈਨੂੰ ਕੋਈ ਗੁਰੂ ਮਹਾਰਾਜ ਸੇਵਾਦਾਰ ਸਾਹਿਬ ਬੇਨਤੀ ਕਰ ਰਹੇ ਕਿ ਗੁਰੂ ਮਹਾਰਾਜ ਜੀ ਇੱਕ ਮੈਸੇਜ ਪਹਿਲਾਂ ਵੀ ਪਵਾਇਆ ਸੀ। ਉਹ ਕਾਹਦੇ ਵਾਸਤੇ ਪਵਾਇਆ ਸੀ ਕਿ ਇਸੇ ਕਰਕੇ ਕਿ ਭੰਡਾਰਾ ਆ ਰਿਹਾ ਹੈ ਤੇ ਬਈ ਮਨ 'ਚ ਪਿਆਰ ਹੁੰਦਾ, ਖਿੱਚ ਹੁੰਦੀ ਹੈ, ਠੀਕ ਹੈ, ਦਿਲ ਕਰਦਾ ਹੈ ਕਿ ਆਪਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਈਏ, ਦਰਬਾਰ 'ਚ ਫੇਰਾ ਮਾਰ ਕੇ ਆਈਏ, ਕੁਛ ਵੀ ਹੈ। ਪਰ ਮੈਂ ਕਿਹਾ ਕਿ ਹੁਕਮ ਤੋਂ ਵੱਡਾ ਕੁਛ ਵੀ ਨਹੀਂ ਹੈਗਾ। ਸਾਡੀਆਂ ਪ੍ਰੀਤਾਂ, ਸਾਡੇ ਪਿਆਰ ਜੋ ਵੀ ਇਹ ਹੁਕਮ ਤੋਂ ਵੱਡੇ ਨਹੀਂ ਹੈਗੇ। ਕਿਉਂਕਿ ਇਹ ਤੇ ਕਦੀ ਤਾਂ ਚੜ੍ਹ ਜਾਂਦੇ ਨੇ, ਕਦੀ ਠਾਹ ਆ ਜਾਂਦੇ ਨੇ। ਕਦੀ ਪਿਆਰ ਜਾਗਦਾ ਹੈ ਤੇ ਬੜੀ ਜਲਦੀ ਇਸ ਤਰ੍ਹਾਂ ਹੁੰਦਾ ਹੈ, ਕਈ ਵਾਰੀ ਸਾਲਾਂ ਬੱਧੀ ਕਿ ਇਹ ਦੀਵੇ ਬੁਝੇ ਰਹਿੰਦੇ ਨੇ। ਸਤਿਗੁਰੂ ਹੀ ਦਇਆ ਕਰਦੇ ਆ, ਕਿਰਪਾ ਕਰਦੇ ਤੇ ਫੇਰ ਹੀ ਗੱਲ ਬਣਦੀ ਹੈ। ਇਸ ਕਰਕੇ ਹੁਕਮ ਤੋਂ ਵੱਡਾ ਸਾਡਾ ਕੁਛ ਨਹੀਂ ਹੈਗਾ। ਜਿੱਥੇ ਵੀ ਹੁਕਮ ਹੋਵੇ ਉੱਥੇ ਉੱਥੇ ਚੱਲਣਾ ਸਾਨੂੰ ਆਉਣਾ ਚਾਹੀਦਾ ਹੈ। ਤੇ ਮੈਂ ਸੇਵਾਦਾਰ ਨੂੰ ਇੱਕ ਵਾਰੀ ਇੱਕ ਮੈਸੇਜ ਪਿੱਛੇ ਪਵਾਇਆ। ਦੂਸਰਾ ਮੈਸੇਜ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਇੱਕ ਮੈਸੇਜ ਹੋਰ ਪਾ ਦਈਏ ਕਿ ਇਸ ਤਰ੍ਹਾਂ ਕਈ ਫੋਨ ਆ ਰਹੇ ਨੇ ਜਾਂ ਕੁਛ ਇਸ ਤਰ੍ਹਾਂ ਜਿੱਦ ਕਰ ਰਹੇ ਨੇ। ਮੈਂ ਇਹਨਾਂ ਨੂੰ ਮੈਸੇਜ ਨਹੀਂ ਪਾਉਣ ਦਿੱਤਾ ਕਿਉਂਕਿ ਮੈਨੂੰ ਥੋੜ੍ਹਾ ਜਿਹਾ ਉਹ ਕੁਛ ਵਿੱਚ ਥੋੜ੍ਹੀ ਜਿਹੀ ਲੱਗਾ, ਕਠੋਰ ਥੋੜ੍ਹਾ ਲੱਗਾ। ਮੈਂ ਕਿਹਾ ਕਈ ਵਾਰੀ ਬੱਚੇ ਮਹਿਸੂਸ ਕਰਨਗੇ ਕਿ ਲਓ ਜੀ ਸਾਨੂੰ ਇਸ ਤਰ੍ਹਾਂ ਸਖਤਾਈ ਹੋ ਰਹੀ। ਪਰ ਉਹ ਕਿਹਦੇ ਵਾਸਤੇ ਆ? ਸੋਚ ਕੇ ਦੇਖੀਏ ਕਿ ਬਈ ਕਾਹਦੇ ਵਾਸਤੇ ਆ? ਸਾਡੇ ਵਾਸਤੇ ਹੀ ਉਹ ਸਭ ਕੁਝ ਹੋ ਰਿਹਾ ਹੈ। ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲੀਏ। ਇੱਕ ਆਦਤ ਹੀ ਪੈ ਗਈ ਹੈ। ਦੇਖੋ ਕਈ ਵਾਰੀ ਜੇ ਸਤਿਗੁਰ ਸੱਦਦੇ ਨੇ ਸਾਨੂੰ ਕਿ ਆਓ ਸੇਵਾ ਦੇ ਵਿੱਚ, ਤਾਂ ਅਸੀਂ ਕਹਿੰਦੇ ਸਾਡਾ ਟਾਈਮ ਨਹੀਂ ਹੈਗਾ, ਸਾਡਾ ਟਾਈਮ ਨਹੀਂ ਲੱਗ ਰਿਹਾ, ਇਹ ਆ ਉਹ ਆ। ਤੇ ਜਦੋਂ ਉਹਨਾਂ ਦੇ ਹੁਕਮ ਦੇ ਵਿੱਚ ਆ ਰਿਹਾ ਕਿ ਚੱਲ ਵੀ ਅਜੇ ਘਰ ਬੈਠ ਕੇ ਅਸੀਂ ਵਚਨ ਸੁਣੀਏ, ਸਾਸਾ ਸੁਣੀਏ, ਤੇ ਫਿਰ ਅਸੀਂ ਨਹੀਂ ਜੀ ਅਸੀਂ ਤਾਂ ਇਸ ਤਰ੍ਹਾਂ ਕਰਨਾ। ਤੇ ਇਹ ਕੋਈ ਵੀ ਜਿਹੜੀਆਂ ਨੇ ਦਸ਼ਾ ਜਿਹੜੀ ਹੈ ਇਹ ਤੋਂ ਸਮਝੀਏ ਕਿ ਸਾਨੂੰ ਹੁਕਮ ਮੰਨਣਾ ਨਹੀਂ ਆ ਰਿਹਾ। ਫਿਰ ਦੂਸਰੇ ਨੰਬਰ ਦੇ ਉੱਤੇ ਜਦੋਂ ਅਸੀਂ ਆ ਹੀ ਗਏ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ, ਉੱਥੇ ਪਹੁੰਚ ਜਾਂਦੇ ਹਾਂ, ਤੇ ਫਿਰ ਦੂਸਰੇ ਨੰਬਰ ਦੇ ਉੱਤੇ ਸਾਡੀ ਇੱਕ ਡਿਊਟੀ ਹੋਰ ਵੱਜ ਜਾਂਦੀ ਹੈ। ਚਲੋ ਆ ਗਏ, ਸਤਿਗੁਰਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਟਾਈਮ ਮਿਲ ਗਿਆ, ਮਨਜ਼ੂਰੀ ਮਿਲ ਗਈ, ਸਭ ਕੁਛ ਹੋ ਗਿਆ। ਫਿਰ ਜਦੋਂ ਅਸੀਂ ਆ ਹੀ ਗਏ ਤੇ ਫਿਰ ਆ ਕੇ ਜੋ ਵੀ ਉੱਥੋਂ ਦੇ ਨਿਯਮ ਨੇ, ਜੇ ਉਹਨੂੰ ਅਸੀਂ ਫੋਲੋ ਹੀ ਨਹੀਂ ਕਰਨਾ, ਜੇ ਸਹਿਯੋਗ ਹੀ ਨਹੀਂ ਦੇਣਾ, ਤੇ ਫਿਰ ਸੋਚੋ ਕਿ ਫਿਰ ਆਏ ਤੇ ਅਸੀਂ ਆਪਣੇ ਮਨ ਦੀ ਖੁਸ਼ੀ ਪੂਰੀ ਕਰਨ ਵਾਸਤੇ। ਮੈਂ ਕਈ ਵਾਰੀ ਦੱਸਿਆ ਹੈ ਕਿ ਸਤਿਗੁਰ ਇਹ ਨਹੀਂ ਹੈ ਕਿ ਕੋਈ ਡੇਰੇ 'ਚ ਕੈਦ ਨੇ ਜਾਂ ਕਿਸੇ ਗੁਰਦੁਆਰੇ ਮੰਦਿਰ 'ਚ ਕੈਦ ਨੇ ਜਾਂ ਕਿਸੇ ਖਾਸ ਕਮਰੇ ਦੇ ਵਿੱਚ ਕੈਦ ਨੇ। ਨਹੀਂ, ਉਹ ਤੇ ਬਈ ਤੁਹਾਡੇ ਅੰਦਰ ਹੀ ਨੇ, ਹਰ ਇੱਕ ਦੇ ਅੰਦਰ ਨੇ। ਅਸੀਂ ਟੱਕਰਾਂ ਮਾਰਦੇ ਫਿਰਦੇ ਪਏ ਹਾਂ। ਜਿਸ ਦਿਨ ਅਸੀਂ ਵਚਨ ਦੇ ਵਿੱਚ ਆ ਗਏ ਉਸ ਦਿਨ ਸਾਨੂੰ ਉਹ ਅੰਦਰੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਣਾ, ਇਹਦੇ ਅੰਦਰ ਸ਼ਾਂਤੀ ਆ ਜਾਣੀ, ਜਿੱਥੇ ਮਰਜ਼ੀ ਹੋਵੇ। ਮੈਂ ਕਈ ਵਾਰੀ ਪਹਿਲਾਂ ਵੀ ਦੱਸਿਆ ਹੈ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ। ਵੈਸੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਫੀ ਕਿ ਬਹੁਤ ਸਤਿਗੁਰਾਂ ਦੀ ਦਇਆ ਹੈ, ਪਰ ਫਿਰ ਵੀ
ਜਿਹੜੀ ਗੱਲ ਸਮਝਣ ਵਾਲੀ ਉਹਨੂੰ ਸਾਰੇ ਫਿਰ ਸਮਝੀਏ। ਕਿਉਂਕਿ ਜਿਹੜੀ ਮੈਂ ਗੱਲ ਦੱਸੀ ਕਿ ਸਤਿਗੁਰ ਕਿਤੇ ਕੈਦ ਨਹੀਂ। ਹੁਣ ਜਿਸ ਤਰ੍ਹਾਂ ਨਿਯਮ ਦੇ ਮੁਤਾਬਕ ਹੁਣ ਅਸੀਂ ਦੇਖੋ ਬਾਹਰ ਸਾਰੇ ਨਿਯਮ ਅਸੀਂ ਫੋਲੋ ਕਰਦੇ ਹਾਂ। ਹੁਣ ਕਰਫਿਊ ਹੋ ਗਿਆ, ਲੋਕਡਾਊਨ ਹੋ ਗਿਆ, ਜਿੱਥੇ ਜਿੱਥੇ ਉਹ ਸਰਕਾਰ ਕਹਿੰਦੀ ਹੈ ਕਿ ਅੱਜ ਦੁਕਾਨਾਂ ਖੁੱਲ੍ਹਣਗੀਆਂ, ਅੱਜ ਦੁਕਾਨਾਂ ਨਹੀਂ ਖੁੱਲ੍ਹਣਗੀਆਂ, ਆਰਾਮ ਨਾਲ ਮੰਨਦੇ, ਚੁੱਪ ਕਰਕੇ ਘਰ ਬੈਠਦੇ। ਕਦੀ ਜਾ ਕੇ ਜਿੱਦ ਨਹੀਂ ਕੀਤੀ ਕਿ ਨਹੀਂ ਮੈਂ ਤਾਂ ਦੁਕਾਨ ਖੋਲ੍ਹਣੀ ਖੋਲ੍ਹਣੀ ਹੈ। ਕਦੀ ਕੀਤੀ ਜਿੱਦ? ਕਦੀ? ਜੇ ਉਹ ਕਹਿੰਦੇ ਨੇ ਕਿ ਗੱਡੀ ਦੇ ਵਿੱਚ 3 ਸਵਾਰੀਆਂ ਹੀ ਜਾਣ ਤੇ ਅਸੀਂ ਪਹਿਲਾਂ ਹੀ ਆਪਣਾ ਕਰਕੇ ਜਾਂਦੇ ਹਾਂ ਕਿ ਨਹੀਂ 3 ਜਣਿਆਂ ਨਹੀਂ ਬਹਿਣਾ, ਐਵੇਂ ਚੌਥਾ ਜਣਾ ਨਾ ਬਹਿਣਾ। ਡਰ ਹੈ ਸਾਨੂੰ। ਉਹ ਕਹਿੰਦੇ ਨੇ ਮਾਸਕ ਲਗਾ ਕੇ ਘੁੰਮਣਾ ਹੈ ਬਾਹਰ, ਜੇ ਨਹੀਂ ਤੇ ਇੱਦਾਂ ਹੋਏਗਾ ਉਹਦਾ ਵੀ ਸਾਨੂੰ ਡਰ ਹੈ। ਪਰ ਸਤਿਗੁਰਾਂ ਨੇ ਜਿਹੜੇ ਬਚਨ ਫਰਮਾਏ ਸੀ ਕਿ ਚੋਰਾਂ ਦਾ ਡਰ ਹੈ, ਪੁਲਿਸਾਂ ਦਾ ਡਰ ਹੈ, ਡਾਕੂਆਂ ਦਾ ਡਰ ਹੈ, ਲੀਡਰਾਂ ਦਾ ਡਰ ਹੈ, ਪਰ ਜਿਹੜਾ ਸਭ ਦਾ ਹੀ ਆਦਿ ਅੰਤ ਆ ਗੁਰੂ ਆ, ਉਹਦਾ ਡਰ ਹੀ ਨਹੀਂ ਇਹਦੇ ਮਨ 'ਚ। ਤੇ ਉਹਨੇ ਫਰਮਾਇਆ ਡਰਤ ਰਹੇ ਸੋ ਉਬਰੇ, ਗਾਫਲ ਖਾਈ ਮਾਰ। ਮਾਰ ਸਾਨੂੰ ਕਿਉਂ ਪੈਂਦੀ ਹੈ? ਕਿ ਜਦੋਂ ਸਾਡੇ ਅੰਦਰੋਂ ਡਰ ਨਿਕਲਦਾ ਹੈ। ਇਸ ਲਈ ਕੋਈ ਇਹ ਨਹੀਂ ਹੈ ਇੱਥੇ ਤਾਂ ਕੋਈ ਇਸ ਤਰ੍ਹਾਂ ਨਹੀਂ ਕੋਈ ਹੋਏਗਾ ਕਿ ਆਪਾਂ ਮੰਨ ਲਓ ਮਾਸਕ ਨਹੀਂ ਲਗਾਵਾਂਗੇ ਤਾਂ ਕੋਈ ਸਾਡਾ ਚਲਾਨ ਤਾਂ ਨਹੀਂ ਕੱਟਿਆ ਜਾਣਾ ਇੱਥੇ, ਕਿ ਜਾਂ ਕੋਈ ਜੁਰਮਾਨਾ ਲਾ ਦਿੱਤਾ ਜਾਏਗਾ ਕਿ ਨਹੀਂ ਆ ਜੁਰਮਾਨਾ ਹੋਏਗਾ। ਲੇਕਿਨ ਅੰਦਰ ਉਹ ਜਿਹੜੀ ਚੀਜ਼ ਹੈ ਉਹ ਨਹੀਂ ਆਉਣੀ ਹੈਗੀ। ਹੁਣ ਨਿਯਮ ਜਿਸ ਤਰ੍ਹਾਂ ਵੀ ਆ ਵੀ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਬਾਹਰ ਅਸੀਂ ਪਾਲਣ ਕਰਦੇ ਹਾਂ, ਤੇ ਅਸੀਂ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਬਈ ਬਾਹਰ ਤਾਂ ਅਸੀਂ ਸਭ ਕੁਛ ਹੀ ਕਰ ਰਹੇ ਹਾਂ, ਸਤਿਗੁਰਾਂ ਵਾਸਤੇ ਕੀ ਕਰ ਰਹੇ ਹਾਂ ਅਸੀਂ? ਕਦੀ ਉਸ ਹੁਕਮ 'ਚ ਆਉਣ ਦੀ ਕੋਸ਼ਿਸ਼ ਵੀ ਕੀਤੀ? ਹੁਣ ਬੱਚੇ ਜਿਸ ਤਰ੍ਹਾਂ ਹੋ ਰਹੀ ਸੀ ਕਿ ਬਿਲਕੁਲ ਸਖਤਾਈ ਨਾਲ, ਫਿਰ ਵੀ ਕਿਹਾ ਕਿ ਨਹੀਂ ਬੇਟੇ ਚਲੋ। ਕਾਫੀ ਬੱਚੇ ਨੇ ਜਿਹੜੇ ਆਉਂਦੇ ਰਹੇ ਨੇ ਵਿੱਚ ਵਿੱਚ, ਤੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਬਹੁਤੀ ਸਖਤਾਈ ਨਾਲ ਨਹੀਂ, ਜਿਸ ਤਰ੍ਹਾਂ ਵੀ ਗੁਰਮਤਿ ਮੌਜ 'ਚ ਜੇ ਕੋਈ ਹੋਏਗਾ ਤੇ ਆਪਾਂ ਵੀ ਸਾਰੇ ਰੱਖੀਏ। ਕਈ ਸੰਸਥਾਵਾਂ ਐਸੀਆਂ ਨੇ ਸਖਤਾਈ ਨਾਲ ਬੰਦ ਕੀਤਾ ਪਿਆ ਉਹਨਾਂ ਨੇ। ਪਰ ਮੈਂ ਹਮੇਸ਼ਾ ਕਹਿੰਦਾ ਹੈ ਕਿ ਸਤਿਗੁਰਾਂ ਦੇ ਦਰਬਾਰ 'ਚ ਸਾਨੂੰ ਪਿਆਰ ਹੀ ਪਿਆਰ ਮਿਲਿਆ ਹੈ, ਕਦੀ ਇਹ ਨਹੀਂ ਕੋਈ ਗੱਲ। ਪਰ ਕਈ ਵਾਰੀ ਅਸੀਂ ਉਸੇ ਪਿਆਰ ਨਾਲ ਕਹਿੰਦੇ ਜ਼ਿਆਦਾ ਚੌੜ ਹੋ ਜਾਂਦੇ ਹਾਂ। ਇਸ ਲਈ ਸਾਰਿਆਂ ਨੂੰ ਹੀ, ਇੱਥੇ ਵੀ ਬੈਠੇ, ਘਰਾਂ 'ਚ ਵੀ ਬੈਠੇ ਜਿਹੜੇ ਬੱਚੇ ਸੁਣ ਰਹੇ ਨੇ, ਕਿਤੇ ਵੀ ਸੁਣ ਰਹੇ ਨੇ, ਇਹ ਜ਼ਰੂਰ, ਕਿਉਂਕਿ ਕਿਤੇ ਵੀ ਹੁਕਮ ਦੇ ਵਿੱਚ ਅਸੀਂ ਆਈਏ, ਜਿੱਥੇ ਮਰਜ਼ੀ ਅਸੀਂ ਹੋਈਏ। ਮੈਂ ਸ਼ੁਰੂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਥੋੜ੍ਹਾ ਮਾਹੌਲ ਬਾਹਰਲਾ ਬਣਨਾ ਸ਼ੁਰੂ, ਮੈਂ ਉਦੋਂ ਵੀ ਕਿਹਾ ਸੀ ਕਿ ਡਰਨ ਵਾਲੀ ਲੋੜ ਨਹੀਂ ਹੈ, ਪਰ ਆਪਣੀ ਡਿਊਟੀਆਂ ਪੂਰੀਆਂ ਕਰੀਏ। ਗੁਰੂ ਮਹਾਰਾਜ ਜੀ ਇਹ ਨਹੀਂ ਕਦੀ ਸਾਨੂੰ ਕਿਹਾ ਹੋਵੇ। ਮੈਨੂੰ ਯਾਦ ਹੈ ਸਤਿਗੁਰਾਂ ਦੀ ਸੇਵਾ ਦੇ ਵਿੱਚ ਨਾਲ ਜਾਈਦਾ ਸੀ, ਗੁਰੂ ਮਹਾਰਾਜ ਜੀ ਨੇ ਕਹਿਣਾ, ਗੱਡੀ ਦੀ ਚਲਾ ਕੇ ਜਾਣਾ ਕਿਤੇ, ਉਹ ਨਾ ਗੁਰੂ ਮਹਾਰਾਜ ਸੁਣਾਉਣਾ ਕਿ ਬੇਟੇ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਕਿਸੇ ਦੀ। ਦੇਖੋ ਉਹ ਸਤਿਪੁਰਸ਼ ਹੁੰਦਿਆਂ, ਤਾਕਤ ਹੁੰਦਿਆਂ ਹੋਇਆਂ ਵੀ ਇੱਕ ਸੰਸਾਰੀ ਉਸ ਕਾਨੂੰਨ ਨੂੰ ਵੀ ਪਾਲਣਾ ਕਰਦੇ। ਉਹ ਕਹਿੰਦੇ ਕਿ ਨਹੀਂ ਬੇਟੇ ਕਾਨੂੰਨ ਦੀ ਉਲੰਘਣਾ ਨਹੀਂ ਕਦੀ ਕਰਨੀ। ਤੇ ਅਸੀਂ ਉਸ ਜਿਹਨੂੰ ਪਰਮੇਸ਼ਵਰ ਕਹਿੰਦੇ ਆ, ਪਰਮਾਤਮਾ ਕਹਿੰਦੇ ਆ, ਸਤਿਗੁਰ ਕਹਿੰਦੇ ਆ, ਅਸੀਂ ਉਹਨਾਂ ਦੇ ਜੋ ਵੀ ਉਹ ਫਰਮਾਉਂਦੇ ਨੇ ਕਾਨੂੰਨ ਆ, ਅਸੀਂ ਸਾਨੂੰ ਵੀ ਤਾਂ ਚਾਹੀਦਾ ਉਹਦੀ ਪਾਲਣਾ ਕਰਨੀ। ਇਸ ਕਰਕੇ ਜੋ ਕਿਹਾ ਜਾਂਦਾ ਹੈ ਉਹਨੂੰ ਸਤ ਵਚਨ ਕਰੀਏ। ਮੈਂ ਉਦੋਂ ਕਿਹਾ ਸੀ ਕਿ ਬਈ ਇਹ ਨਹੀਂ ਕਿ ਇਕੱਲਾ ਇੱਥੇ, ਬਾਹਰ ਵੀ ਕਿਤੇ ਜਾਂਦੇ ਹਾਂ, ਜੋ ਸਾਡੀ ਬਣਦੀ ਹੈ ਪਰਹੇਜ਼, ਉਹ ਅਸੀਂ ਜੋ ਵੀ ਉਹ ਕਰੀਏ। ਕਿਸੇ ਵੀ ਚੀਜ਼ ਦੀ ਉਲੰਘਣਾ ਨਹੀਂ। ਗੁਰੂ ਮਹਾਰਾਜ ਨੇ ਫਰਮਾਉਣਾ ਕਿ ਕੋਠੇ ਚੜ੍ਹ ਕੇ ਛੱਤ ਦੇ ਉੱਤੇ ਤੇ ਦੋ ਕਹਿੰਦੇ ਉਤੋਂ ਮਾਰੇ ਛਾਲ, ਮੇਰਾ ਗੁਰੂ ਨਾਲ ਹੈ, ਮੈਨੂੰ ਕੁਛ ਨਹੀਂ ਹੋਊਗਾ। ਗੁਰੂ ਮਹਾਰਾਜ ਕਹਿੰਦੇ ਫਰਮਾਇਆ ਲੱਤ ਟੁੱਟਣੀ ਹੈ ਇਹਦੀ, ਕਿਉਂਕਿ ਸਤਿਗੁਰਾਂ ਨੇ ਦਿਮਾਗ ਦਿੱਤਾ ਹੈ। ਗੁਰੂ ਮਹਾਰਾਜ ਜੀ ਸਾਨੂੰ ਇਹ ਤਾਂ ਨਹੀਂ ਕਹਿੰਦੇ ਕਿ ਹਰ ਥਾਂ ਤੇ ਅਸੀਂ ਹੁਣ ਚੱਲਦੀ ਟ੍ਰੇਨਾਂ ਦੇ ਉੱਤੇ ਭੱਜਦੇ ਫਿਰੀਏ, ਕਦੀ ਚੜ੍ਹ ਜਾਈਏ ਕਦੀ ਉਤਰ ਜਾਈਏ ਤੇ ਕਹੀਏ ਕਿ ਨਹੀਂ ਗੁਰੂ ਨਾਲ ਹੈ, ਗੁਰੂ ਨਾਲ ਹੈ। ਇਹ ਇੱਥੇ ਇਹ ਮਸਤੀਆਂ ਨੇ ਮਨ ਦੀਆਂ। ਇਸ ਕਰਕੇ ਹਮੇਸ਼ਾ ਆਪਣੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹੀਏ। ਸੇਵਾਦਾਰਾਂ ਨੂੰ ਵੀ ਮੈਂ ਬੇਨਤੀ ਕਰਦਾ ਰਹਿੰਦਾ ਕਿ ਬਈ ਬੜੇ ਪਿਆਰ ਦੇ ਨਾਲ ਉਹ ਸਾਰਾ ਆਪਣੀਆਂ ਸੇਵਾ ਕਰਨ, ਤੇ ਸੰਗਤ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਬਈ ਉਹਨਾਂ ਨੂੰ ਸਹਿਯੋਗ ਕਰਨ ਹਰ ਥਾਂ ਦੇ ਉੱਤੇ। ਕੋਈ ਫਰਕ ਨਹੀਂ ਪੈਂਦਾ ਕਿਤੇ। ਜਿਸ ਤਰ੍ਹਾਂ ਮੈਂ ਦੱਸਿਆ ਹੈ, ਆ ਪਿੱਛੇ 2-3 ਮਹੀਨੇ ਲੋਕਡਾਊਨ ਰਿਹਾ, ਕਰਫਿਊ ਰਿਹਾ, ਘਰਾਂ ਦੇ ਵਿੱਚ ਹੀ ਕੋਈ ਨਿਕਲੇ ਨਹੀਂ ਬਾਹਰ। ਜਿਹੜੇ ਕਹਿੰਦੇ ਹੁੰਦੇ ਸੀ ਕਿ ਨਹੀਂ ਜੀ ਜਦੋਂ ਤੱਕ ਅਸੀਂ ਸੈਰ ਨਾ ਕਰੀਏ ਸਾਨੂੰ ਰੋਟੀ ਹਜਮ ਨਹੀਂ ਹੁੰਦੀ, ਕੋਈ ਸੈਰ ਨਹੀਂ ਹੋਈ, 3-3 ਮਹੀਨੇ ਘਰਾਂ 'ਚ ਬੈਠੇ ਰਹੇ, ਸਭ ਰੋਟੀਆਂ ਹਜਮ ਹੁੰਦੀਆਂ ਰਹੀਆਂ।
ਜਿਹੜੇ ਕਹਿੰਦੇ ਸੀ ਕਿ ਅਸੀਂ ਤੇ ਜੀ ਹਫ਼ਤੇ ਬਾਅਦ ਡਾਕਟਰ ਨੂੰ ਦਿਖਾਉਣ ਜਾਂਦੇ ਆ, ਹਫ਼ਤੇ ਬਾਅਦ ਇਸ ਤਰ੍ਹਾਂ ਹੁੰਦਾ ਹੈ, ਉਸ ਤਰ੍ਹਾਂ ਹੁੰਦਾ ਆ, 3-3 ਮਹੀਨੇ ਘਰਾਂ 'ਚ ਕੋਈ ਗੱਲ ਨਹੀਂ, ਡਾਕਟਰ ਵੀ ਬੰਦ ਤੇ ਉਹ ਵੀ ਬੰਦ, ਕੋਈ ਕਿਸੇ ਨੂੰ ਕੁਝ ਨਹੀਂ ਹੋਇਆ। ਤੇ ਸੋਚੀਏ ਕਿ ਜੇ ਉੱਥੇ ਆ ਤੇ ਇੱਥੇ ਵੀ ਉਹੀ ਸਤਿਗੁਰਾਂ ਦਾ ਕਾਨੂੰਨ ਕਿ ਬਈ ਹੁਕਮ ਸਾਨੂੰ ਉਹ ਪ੍ਰਕਿਰਤੀ, ਉਹ ਈਸ਼ਵਰ ਭਗਵਾਨ ਵਾਹਿਗੁਰੂ ਜੋ ਮਰਜ਼ੀ ਕਹਿ ਲਈਏ, ਸਾਨੂੰ ਅਨੁਸ਼ਾਸਨ 'ਚ ਲਿਆਉਣਾ ਦੱਸ ਰਿਹਾ ਹੈ ਕਿ ਅਨੁਸ਼ਾਸਨ 'ਚ ਲਿਆਉਣ ਵਾਸਤੇ ਸਾਨੂੰ ਜਾਚ ਸਿਖਾ ਰਿਹਾ ਹੈ। ਜੇ ਅਸੀਂ ਫਿਰ ਵੀ ਨਹੀਂ ਕਰਾਂਗੇ ਤੇ ਫਿਰ ਉਹਨਾਂ ਦੀ ਮੌਤ ਜੋ ਵੀ ਫਿਰ ਹੋਏਗੀ। ਹੁਣ ਵੀ ਕਈ ਵਾਰੀ ਮੈਂ ਦੱਸਦਾ, ਕਈ ਵਾਰੀ ਬੱਚੇ ਆਉਂਦੇ ਨੇ ਬਾਹਰ, ਜਿਸ ਤਰ੍ਹਾਂ ਇੱਕ ਡਿਊਟੀਆਂ ਲੱਗੀਆਂ ਨੇ, ਕੋਈ ਬਾਹਰ ਬਿਠਾਈਦਾ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹੌਲੀ ਹੌਲੀ ਜਿਸ ਤਰ੍ਹਾਂ ਵੀ ਪਿੱਛੇ ਵੀ ਕੋਈ ਇਸ ਤਰ੍ਹਾਂ ਗੁਰਮਤਿ ਦੇ ਕੋਈ ਬੱਚੇ ਆਏ ਸੀ, ਤੇ ਉਹ ਕਈ ਵਾਰੀ ਹੁੰਦਾ ਹੈ ਕਿ ਕਾਹਲੇ ਪੈ ਜਾਂਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਬੇਟੇ ਅਸੀਂ ਸਾਰੇ ਹੀ ਸਮਝੀਏ, ਕਾਲਾਪਨ ਜਿਹੜਾ ਹੈ ਉਹ ਗੁਰਮਤਿ ਹੋਣਾ ਕਿ ਮਨ ਦੀ ਸ਼ੈਤਾਨੀ ਹੈ। ਜਿਸ ਤਰ੍ਹਾਂ ਹੁਣੇ ਆਪਾਂ ਸੁਣਿਆ ਕਿ ਉਹਨਾਂ ਦੀ ਮੌਜ ਦੇ ਵਿੱਚ ਜੋ ਵੀ ਹੈ, ਜੇ ਸਾਨੂੰ ਕਿਤੇ ਖਿਲਾਰਿਆ ਹੈ ਤੇ ਉਹ ਵੀ ਮੌਜ ਦੇ ਵਿੱਚ ਹੈ, ਕਾਹਲੇ ਨਾ ਪਈਏ, ਉਸ ਦੇਖੀਏ ਮੌਜ ਦੇਖੀਏ। ਜਦੋਂ ਸਾਨੂੰ ਉਹਦੇ ਵਿੱਚ ਮੌਜ 'ਚ ਰਹਿਣਾ ਆਏਗਾ, ਇੱਕ ਅਲੱਗ ਹੀ ਆਨੰਦ ਇੱਕ ਆਉਂਦਾ ਹੈ, ਉਹਦੀ ਕਿਸੇ ਨਾਲ ਵੀ ਕੋਈ ਚੀਜ਼ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਕਈ ਵਾਰੀ ਕੋਈ ਬੱਚੇ ਸੇਵਾ ਲਿਆਉਂਦੇ ਨੇ, ਤੁਸੀਂ ਦੇਖੋ ਹੁਣ ਵੀ ਐਸੀ ਕੋਈ ਗੱਲ ਨਹੀਂ ਹੈਗੀ, ਸਾਰੇ ਅਸੀਂ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਜਿੱਥੇ ਜਿੱਥੇ ਵੀ ਆਪਾਂ ਸੁਣ ਰਹੇ ਹਾਂ ਉਹਨੂੰ ਆਪਣੇ ਅੰਦਰ ਦੇਖੀਏ ਕਿ ਕੀ ਸਾਡੇ ਵਿੱਚ ਤੇ ਇਹੋ ਜਿਹੀਆਂ ਚੀਜ਼ਾਂ ਨਹੀਂ। ਸਤਿਗੁਰਾਂ ਦਾ ਬਚਨ ਜਿਹੜਾ ਆ ਉਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਅਸੀਂ ਬਾਕੀ ਚੀਜ਼ਾਂ ਅਸੀਂ ਕਰਦੇ ਹਾਂ। ਮੈਨੂੰ ਯਾਦ ਹੈ ਹੁਣ ਵੀ ਕਈ ਵਾਰੀ ਕੋਈ ਬੱਚੇ ਸੇਵਾ ਲਿਆਉਂਦੇ ਨੇ, ਜਿਸ ਤਰ੍ਹਾਂ ਮੈਂ ਗੱਲ ਦੱਸਦਾ, ਉਹਨਾਂ ਦੇ ਮਨ ਦੇ ਵਿੱਚ ਇੱਕ ਘੁੰਡੀ ਅੜੀ ਹੈ। ਗੁਰਮਤਿ ਨੇ ਤਾਂ ਫਰਮਾਉਂਦੇ ਸੀ ਕਿ ਜਦੋਂ ਤੁਸੀਂ ਘਰੋਂ ਤੁਰੇ, ਗੁਰਮਤਿ ਨੇ ਪਿੱਛੇ ਜਦੋਂ ਪੁਰਾਣੀ ਗੱਲ ਹੈ, ਅੱਜ ਤੋਂ 30-40 ਸਾਲ ਪਹਿਲਾਂ, ਤੇ ਸਤਿਗੁਰਾਂ ਨੇ ਫਰਮਾਇਆ ਸੀ ਕਿ ਕੋਈ ਵੀ ਪ੍ਰੋਬਲਮ ਤੁਸੀਂ ਚਿੱਠੀ ਲਿਖਿਆ ਕਰੋ। ਕਿਸੇ ਸੇਵਾਦਾਰ ਨੇ ਅਰਜ਼ ਕੀਤੀ ਕਿ ਮਹਾਰਾਜ ਜੀ ਚਿੱਠੀ ਦੇ 10-10 ਦਿਨ ਲੱਗ ਜਾਂਦੇ ਨੇ, 15-15 ਦਿਨ ਪਹੁੰਚਦੇ ਆ, ਤੇ ਮੈਨੂੰ ਜੇ ਚਿੱਠੀ ਪਹੁੰਚੇ ਤੇ ਫਿਰ ਉਹ ਗੱਲ ਬਣੇ, ਤੇ ਫਿਰ ਤਾਂ ਉਦੋਂ ਤੱਕ ਤੇ ਭਾਵੇਂ ਬੰਦੇ ਦਾ ਕੰਮ ਹੀ ਹੋ ਜਾਵੇ। ਗੁਰਮਤਿ ਫਰਮਾਉਣ ਲੱਗੇ ਕਿ ਨਹੀਂ ਪੁੱਤਰ, ਸਤਿਗੁਰ ਦੇ ਦਿਲ ਦੀਆਂ ਵੀ ਜਾਣਦੇ, ਚਿੱਠੀ ਲਿਖਣ ਵਾਸਤੇ ਕਾਹਦੇ ਵਾਸਤੇ ਕਿ ਇਹ ਇੱਕ ਤਾਂ ਤੇ ਇਕਾਗਰ ਹੋ ਕੇ ਸਤਿਗੁਰਾਂ ਦੇ ਉਸ ਹਾਜ਼ਰੀ 'ਚ ਬੈਠੇ। ਗੁਰੂ ਨੇ ਫਰਮਾਇਆ ਕਿ ਤੁਸੀਂ ਜਦੋਂ ਕਾਪੀ ਪੈਨ ਫੜ ਕੇ ਬੈਠਦੇ ਹੀ ਹੋ ਤੇ ਤੁਸੀਂ ਅਜੇ ਸ਼ੁਰੂ ਨਹੀਂ ਕੀਤਾ ਲਿਖਣਾ, ਪਰ ਤੁਹਾਡੀ ਬੇਨਤੀ ਜਿਹੜੀ ਹੈ ਪਹਿਲਾਂ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਸੇਵਾ ਕੋਈ ਹੁੰਦੀ ਹੈ ਤੇ ਸੇਵਾ ਕਰੋ ਅਸੀਂ, ਤੇ ਉਹ ਚੀਜ਼ ਉਹ ਨਹੀਂ, ਮੈਂ ਕਹਿੰਦਾ ਕੋਈ ਵੀ ਸੇਵਾ ਕਿਸੇ ਵੇਲੇ ਅਸੀਂ ਜਿਸ ਤਰ੍ਹਾਂ ਇੱਕ ਤਾਂ ਹੁੰਦੀਆਂ ਨੇ ਕੋਈ ਸੇਵਾ, ਕਈ ਵਾਰੀ ਅਸੀਂ ਕਹਿੰਦੇ ਹਾਂ, ਕੋਈ ਕਹਿੰਦਾ ਹੈ ਮੈਂ ਹਾਲ 'ਚ ਮੱਥਾ ਟੇਕਣਾ ਹੈ, ਕੋਈ ਕਹਿੰਦਾ ਮੈਂ ਸਤਿਗੁਰਾਂ ਦੇ ਦਰਬਾਰ 'ਚ ਮੱਥਾ ਟੇਕਣਾ ਹੈ, ਕੋਈ ਕਹਿੰਦਾ ਮੈਂ ਉੱਪਰ ਗੁਰੂ ਮਹਾਰਾਜ ਜੀ ਬੈਠਦੇ ਉੱਥੇ ਮੱਥਾ ਟੇਕਣਾ ਹੈ। ਬਈ ਅਸੀਂ ਗੁਰੂ ਨੂੰ ਕੈਦ ਕਰ ਦਿੱਤਾ। ਮੈਂ ਕਿੰਨੀ ਵਾਰੀ ਕਿਹਾ ਹੈ ਕਿ ਉਹ ਗੁਰੂ ਮਹਾਰਾਜ ਦੇ ਬਚਨ, ਉਹ ਗੁਰੂ ਕਾਹਦਾ ਹੈ ਜਿਹੜਾ ਡੇਰਿਆਂ 'ਚ ਵੜ ਕੇ ਬੈਠਾ ਹੈ। ਗੁਰੂ ਸਾਡੇ ਸਾਹ ਦੇ ਨਾਲ ਸਾਹ ਲੈ ਰਿਹਾ ਹੈ, ਪਰ ਅਸੀਂ ਉਹਨਾਂ ਨੂੰ ਕੈਦ ਕਰ ਦਿੱਤਾ ਜੀ, ਉਹ ਫਲਾਣੇ ਕਮਰੇ 'ਚ, ਉਹ ਫਲਾਣੇ ਹਾਲ 'ਚ, ਉਹ ਫਲਾਣੇ ਜਗ੍ਹਾ ਦੇ ਉੱਤੇ, ਗੱਦੀ ਦੇ ਉੱਤੇ ਮੱਥਾ ਟੇਕ। ਕਈ ਵਾਰੀ ਕਈ ਐਸੇ ਬੱਚੇ ਆਉਂਦੇ ਨੇ, ਉਹ ਕੋਈ ਪ੍ਰਸ਼ਾਦ ਹੁੰਦਾ ਇਸ ਤਰ੍ਹਾਂ ਦਾ, ਅੰਦਰ ਵੀ ਜਾਂਦੇ ਆ ਸਤਿਗੁਰਾਂ ਦੇ ਅੰਦਰਲੇ ਦਰਬਾਰ ਦੇ ਵਿੱਚ, ਉੱਥੇ ਉਹ ਵੀ ਕੀ ਕਰਨਗੇ, ਉਹ ਪ੍ਰਸ਼ਾਦ ਜਿਹੜਾ ਨਾ ਗੁਰੂ ਮਹਾਰਾਜ ਜੀ ਦੇ ਉੱਪਰ ਗੱਦੀ ਦੇ ਉੱਤੇ ਐਂ ਰੱਖਣਗੇ। ਸੋਚ ਕੇ ਦੇਖੀਏ ਕੀ ਅਸੀਂ ਕਰਦੇ ਪਏ, ਉਹ ਪੰਡਤਾਂ ਵਾਲੇ ਕੰਮ ਸ਼ੁਰੂ ਕਰਤੇ ਅਸੀਂ। ਜਿੱਥੋਂ ਸਤਿਗੁਰਾਂ ਨੇ ਸਾਨੂੰ ਬਾਹਰ ਕੱਢਿਆ, ਕੱਢਦੇ ਰਹੇ, ਉਹੀ ਕੰਮ ਅਸੀਂ ਸ਼ੁਰੂ ਕਰ ਦਿੱਤੇ। ਕਈ ਵਾਰੀ ਸੇਵਾਦਾਰ ਉਹਨਾਂ ਨੂੰ ਕਹਿ ਦਿੰਦੇ ਆ ਕਿ ਆਹ ਪ੍ਰਸ਼ਾਦ ਥੱਲੇ, ਉਹ ਐਂ ਘੂਰ ਘੂਰ ਕੇ ਵੇਖਣਗੇ ਕਿ ਅਸੀਂ ਤੇ ਜੀ ਉਹ ਫਲਾਣੇ ਸਰੂਪ ਦੇ ਅੱਗੇ ਮੱਥਾ ਟੇਕਣਾ ਹੈ, ਅਸੀਂ ਤੇ ਫਲਾਣੇ ਸਰੂਪ ਦੇ। ਬਈ ਗੁਰੂ ਮਹਾਰਾਜ ਜੀ ਨੇ ਕਿੰਨਾ ਵਾਰੀ ਫਰਮਾਇਆ, ਦੱਸਿਆ ਉਹਨਾਂ ਨੇ ਕਿ ਜਦੋਂ ਸਤਿਗੁਰ ਦੇ ਸਰੂਪ ਹੁੰਦੇ ਨੇ, ਉਸ ਟਾਈਮ ਤੇ ਜੋ ਮਰਜ਼ੀ ਅਸੀਂ ਉਹਨਾਂ ਦੇ ਨਾਲ ਕਰੀਏ, ਜਦੋਂ ਉਹ ਉਸ ਦੇਹ ਨੂੰ ਛੱਡ ਦਿੰਦੇ ਨੇ, ਤੇ ਜਿਸ ਜੋਤ ਜਿੱਥੋਂ ਨਿਕਲ ਕੇ ਆ ਜਾਂਦੇ ਉਹਦੇ 'ਚ ਜਾ ਕੇ ਉਸੇ ਸਮੁੰਦਰ ਰੂਪੀ ਉਸ ਜੋਤ 'ਚ ਸਮਾ ਜਾਂਦੇ ਨੇ, ਉਹ ਫਿਰ ਸਾਰੇ ਹੀ ਇੱਕ ਹੁੰਦੇ ਨੇ, ਫਿਰ ਉਹ ਵੱਖਰੇ ਵੱਖਰੇ ਨਹੀਂ ਹੁੰਦੇ ਕੋਈ। ਇਹ ਸਾਡੇ ਮਨ ਦੀਆਂ ਫਿਰ ਉਹ ਚਾਲਾਂ ਨੇ ਸਿਰਫ, ਕਿ ਜਿਹੜੀਆਂ ਕੁਚਾਲ ਹੈ ਜਿਹੜੀ ਉਹ 'ਚ ਕਰਦਾ ਹੈ। ਕਿਉਂ ਸਵਾਮੀ ਜੀ ਨੇ ਜਿਹੜੇ ਵਚਨ ਸਾਰ ਵਚਨ 'ਚ ਜਿਹੜੇ ਪੜ੍ਹਦੇ ਆ, ਪਰ ਜਦੋਂ ਅਸੀਂ ਸਮਝਣਾ ਨਹੀਂ ਤੇ ਫਿਰ ਵੀ ਉਹ ਉੱਥੇ ਦੇ ਉੱਥੇ ਹੀ ਅਟਕੇ ਆ।
ਇਸ ਕਰਕੇ ਸਤਿਗੁਰਾਂ ਦੇ ਬਚਨਾਂ ਨੂੰ ਸਮਝੀਏ, ਗੁਰੂ ਨੂੰ ਆਪਣੇ ਨਾਲ ਮਹਿਸੂਸ ਕਰਨਾ ਸ਼ੁਰੂ ਕਰੀਏ। ਦੱਸਿਆ ਨਾ ਕਿ ਹੈਗਾ ਕਿਸੇ ਨੇ, ਖੁਦਾ ਕਾ ਜਿਸਕੋ ਅਹਿਸਾਸ ਨਹੀਂ ਹੋਤਾ। ਅਹਿਸਾਸ ਜਿਹੜਾ ਸਾਨੂੰ ਲੱਗਦਾ ਹੈ ਕਿ ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਨਾਲ ਸਾਹ ਲੈ ਰਿਹਾ ਹੈ, ਗੁਰੂ ਮੇਰੀ ਬੇਨਤੀ ਸੁਣ ਰਿਹਾ ਹੈ, ਭਾਵੇਂ ਮੈਂ ਕੋਠੇ 'ਤੇ ਚੜ੍ਹ ਕੇ ਕਰਾਂ, ਥੱਲੇ ਕਰਾਂ, ਪਤਾਲ 'ਚ ਜਾ ਕੇ ਮੇਰੀ ਬੇਨਤੀ ਸੁਣਦਾ ਹੈ ਸਤਿਗੁਰੂ। ਜੇ ਇਹਨੂੰ ਅਹਿਸਾਸ ਹੀ ਨਹੀਂ ਹੈ, कहते गुरु खुदा का जिसको एहसास नहीं होता, खुदा की कसम खुदा पास होके भी पास नहीं होता। जे सानू यही होवे कि नहीं, गुरु महाराज ने कभी क्या, ठीक है, उस याद नूं, उस बैटरी नूं चार्ज करने वास्ते, उस विश्वास नूं वधाउण वास्ते सानू एक दसिया गया कि बई गुरु महाराज ने फरमाया सी कि मैं एक सेवा का साधन रखिया है, मैं कोई डेरे बनाउण नहीं आया, मैं कोई जमीनां खरीदण नहीं आया। पर ਅਸੀਂ ਉਹਨਾਂ ਦਾ ਅਸਲੀ ਜਿਹੜੀ ਚੀਜ਼ ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਬੇਨਤੀ ਜਿੱਥੋਂ ਮਰਜ਼ੀ ਸਖਤ ਇਹ ਨਹੀਂ ਹੈ ਕਿ ਕਿਤੇ ਕਈਆਂ ਨੇ ਦਿਨ ਹੀ ਨਿਸ਼ਚਿਤ ਕੀਤੇ ਨੇ। ਕੋਈ ਕਹਿੰਦਾ ਜੀ ਸੰਗਰਾਂਦ ਵਾਲੇ ਦਿਨ ਬੇਨਤੀ ਕਰਨੀ ਹੈ, ਕੋਈ ਕਹਿੰਦਾ ਮੈਂ ਤਾਂ ਭੰਡਾਰੇ ਵਾਲੇ ਦਿਨ ਹੀ ਅਰਜ਼ ਕਰਨੀ ਹੈ। ਦੇਖੋ ਮਤਲਬ ਅਸੀਂ ਕਿਤੇ ਕਹਿੰਦੇ ਆਪਣੇ ਆਪ ਨੂੰ ਉਹ ਸਤਿਗੁਰਾਂ ਦੇ ਬੱਚੇ। ਲੋਕੀ ਵੀ ਜੇ ਕਿਸੇ ਸਾਹਮਣੇ ਗੱਲ ਕਰਾਂਗੇ ਉਹ ਵੀ ਸਾਨੂੰ ਕਵੇ, ਭਾਵੇਂ ਨਾ ਮੂੰਹ ਤੇ ਹੱਸੇਗਾ ਤਾਂ ਜ਼ਰੂਰ ਕਿ ਇਹ ਗੱਲਾਂ ਕੀ ਕਰਦੇ ਨੇ। ਬਈ ਬੇਨਤੀ ਕੋਈ ਦਿਨ ਵਾਰ ਰੱਖੇ ਨੇ ਸਤਿਗੁਰਾਂ ਨੇ ਕਿ ਫਲਾਣੇ ਦਿਨ ਹੀ ਮੈਂ ਬੇਨਤੀ ਮਨਜ਼ੂਰ ਕਰਨੀ ਹੈ। ਜਿੱਦਾਂ ਬਾਹਰ ਲੋਕ ਜਾਂਦੇ ਨੇ ਦਰਗਾਹਾਂ ਤੇ, ਕੋਈ ਕਹਿੰਦਾ ਜੀ ਵੀਰਵਾਰ ਦੀਵਾ ਜਗਾਉਣਾ, ਕੋਈ ਕਹਿੰਦਾ ਸ਼ਨੀਵਾਰ ਤੇਲ ਪਾਉਣਾ, ਉਹੀ ਚੀਜ਼ਾਂ ਹੀ ਬਣਾ ਲਈਆਂ। ਨਹੀਂ ਬਈ ਸਾਡੇ ਸਤਿਗੁਰੂ ਨੇ ਹਰ ਵੇਲੇ ਸਾਡੇ ਨਾਲ ਨੇ, ਹਰ ਵੇਲੇ ਸਾਡੀ ਬੇਨਤੀ ਸੁਣਦੇ ਨੇ। ਪਰ ਜਦੋਂ ਇਹਦੇ ਮਨ ਦੇ ਵਿੱਚ ਵਿਸ਼ਵਾਸ ਹੋਵੇ, ਭਾਵ ਹੋਵੇ, ਜਿੱਥੇ ਮਰਜ਼ੀ ਕਰੇ, ਜਦੋਂ ਮਰਜ਼ੀ ਕਰੇ। ਸਤਿਗੁਰਾਂ ਨੇ ਇਹ ਵੀ ਫਰਮਾਇਆ ਸੀ ਕਿ ਚਾਹੇ ਸਾਰੀ ਉਮਰ ਇਹਨੇ ਕੁਛ ਨਹੀਂ ਕੀਤਾ, ਜੇ ਇਹਨੂੰ ਲਾਸਟ ਵੇਲੇ ਵੀ ਸਤਿਗੁਰਾਂ ਦੀ ਯਾਦ ਆ ਗਈ, ਇਹਦੇ ਮਨ ਦੇ ਵਿੱਚ ਉਹਨਾਂ ਦਾ ਚੇਤਾ ਆ ਗਿਆ, ਇਹਦੇ ਅੰਦਰ ਆਪਣੀ ਉਹ ਜਿਹੜੀ ਸੀ ਉਹਨਾਂ ਦੇ ਪ੍ਰਤੀ ਜਿਹੜੀ ਪ੍ਰੀਤ ਆ ਗਈ, ਤੇ ਬਈ ਉਦੋਂ ਵੀ ਉਹ ਬੇੜਾ ਪਾਰ ਕਰ ਦਿੰਦੇ ਨੇ। ਉਹ ਨਹੀਂ ਸਾਨੂੰ ਦੇਖਦੇ ਲਿਬੜਿਆਂ ਤੇ ਬੜਿਆਂ ਨੂੰ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ, ਪਰ ਜੋ ਚਾਹੁੰਦੇ ਨੇ ਉਹਦੇ ਵਿੱਚ ਅਸੀਂ ਆਈਏ ਪਹਿਲਾਂ। ਇਸ ਕਰਕੇ ਸਤਿਗੁਰਾਂ ਦੇ ਬਚਨ ਜਿਹੜੇ ਨੇ ਉਹਨਾਂ ਨੂੰ ਸਮਝੀਏ। ਕੱਲਾ ਉਹਨਾਂ ਦੇ ਇੱਕ ਹੁੰਦੇ ਸ਼ਬਦ ਦਾ ਤੇ ਇੱਕ ਹੁੰਦੇ ਭਾਵ ਆ। ਸ਼ਬਦ ਕੱਲੇ ਸ਼ਬਦਾਂ ਨੂੰ ਨਾ ਫੜੀਏ, ਉਹਨਾਂ ਦਾ ਭਾਵ ਸਮਝੀਏ ਉਹਨਾਂ ਦੇ। ਮੈਂ ਕਿਹਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਕਹਿੰਦੇ ਕੁਛ ਵੀ ਹੋਵੇ ਸਭ ਕੁਝ ਪੂਰਾ ਹੋਏਗਾ, ਪਰ ਕਦੋਂ ਹੋਏਗਾ? ਮੰਨੇ ਹੁਕਮ ਹੋਏ ਪ੍ਰਵਾਨ, ਜੇ ਅਸੀਂ ਹੁਕਮ ਦੇ ਵਿੱਚ ਆਵਾਂਗੇ। ਕਈ ਵਾਰੀ ਹੁਣ ਘਰਾਂ 'ਚ ਝਗੜੇ ਹੁੰਦੇ ਨੇ, ਘਰਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਏ, ਅਸੀਂ ਬੜੇ ਮਾਣ ਨਾਲ ਕਹਾਂ ਗੁਰੂ ਮਹਾਰਾਜ ਜੀ ਕੋ ਚਲੋ, ਗੁਰੂ ਮਹਾਰਾਜ ਜੀ ਕੋ ਚਲੋ। ਉੱਥੇ ਆ ਕੇ ਗੱਲ ਕਰਾਂਗੇ ਵੀ ਉਹਦਾ ਫਾਇਦਾ ਤਾਂ ਤਾਂ ਹੀ ਹੋਏਗਾ ਜੇ ਹੁਕਮ ਮੰਨਾਂਗੇ। ਜੇ ਅਸੀਂ ਆਪਣੀ ਜਿੱਦਾਂ ਹੀ ਅੱਗੇ ਰੱਖਾਂਗੇ ਕਿ ਨਹੀਂ, ਉਹ ਕਹੇਗਾ ਮੇਰੀ ਆਹ ਜਿੱਦ, ਦੂਜਾ ਕਹੇਗਾ ਆਹ ਜਿੱਦ, ਤੇ ਫਿਰ ਜਿੱਥੇ ਮਰਜ਼ੀ ਫਿਰਕਾ, ਤਾਂ ਫਿਰ ਤੇ ਕੋਈ ਉੱਥੇ ਆਣ ਕੇ ਕੋਈ ਫਰਕ ਨਹੀਂ ਪੈਣਾ। ਹੁਕਮ ਮੰਨਣਾ ਸ਼ੁਰੂ ਕਰੀਏ ਤੇ ਬਈ ਸਭ ਕੁਛ ਦਿਆ ਹੁੰਦੀ ਹੈ। ਪਰ ਜੇ ਹੁਕਮ ਦੇ ਵਿੱਚ ਨਹੀਂ ਆਉਂਦੇ, ਮੰਨਣਾ ਨਹੀਂ ਹੈ, ਤੇ ਫਿਰ ਨਹੀਂ। ਇਸ ਕਰਕੇ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਰ, ਕਿ ਹਰ ਇੱਕ ਇੱਛਾ, ਕੋਈ ਸੰਸਾਰੀ ਹੋਵੇ, ਕੋਈ ਅੰਦਰ ਦੀ ਕੋਈ ਰੁਕਾਵਟ ਹੋਵੇ, ਕਿਸੇ ਤਰ੍ਹਾਂ ਦੇ ਮਨ ਦੀ ਹੋਵੇ, ਪੂਰੀ ਦਇਆ ਕਰਦੇ ਨੇ, ਕਿਰਪਾ ਕਰਦੇ ਨੇ। ਪਰ ਸੱਚਾ ਹੋ ਕੇ ਹੁਕਮ ਮੰਨਣ ਦੇ ਵਿੱਚ ਆਵੇ, ਸ਼ਰਤਾਂ ਨਾ ਰੱਖੇ ਕਿ ਆਹ ਕਰਾਂਗਾ ਉਹ ਕਰਾਂਗਾ, ਜੋ ਵੀ ਉਹ ਕਹਿੰਦੇ ਨੇ ਉਹ ਕਰੀਏ ਬਸ। ਹਾਂਜੀ ਬੇਟੇ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਸਤਿਗੁਰ ਪੁਰਖ ਤੇ ਆਏ ਤੂੰ, ਸਭ ਦੁੱਖ ਵਿਸਾਰਨ ਹਾਰ। ਹੁਣ ਕੀ ਸ਼ਰਤ ਕੀ ਹੈ ਉਹਦੀ ਪੂਰੀ ਹੋਣ ਦੀ? ਪਹਿਲਾ ਵਚਨ ਜਿਹੜਾ ਉਹਨੇ ਫਰਮਾਇਆ ਕਿ ਹਰ ਮਨਸਾ ਪੂਰਨ ਹਾਰ, ਪਰ ਕਿਹਨਾਂ ਦੀ ਪੂਰੀ ਹੁੰਦੀ ਹੈ? ਕਿਹਦੀਆਂ ਇਛਾਵਾਂ ਨੂੰ ਫਲ ਲੱਗਦੇ? ਇਹਨਾਂ ਨੇ ਕਿਹਾ ਸਤਿਗੁਰੂ ਪੁਰਖ ਧਿਆਏ ਤੋਂ ਸਭ ਦੁੱਖ ਵਿਸਾਰਨ ਹਾਰ। ਜਦੋਂ ਅਸੀਂ ਉਸ ਸਤਿਗੁਰੂ ਪੁਰਖ ਜਿਹਨੂੰ ਅਸੀਂ ਮਿਲ ਗਏ,
ਸਾਨੂੰ ਸਤਿਗੁਰੂ ਮਿਲ ਕੇ, ਠੀਕ ਹੈ, ਸਾਡੇ ਵਰਗੇ ਹੀ ਉਹ ਇਨਸਾਨ ਬਣ ਕੇ ਹਰ ਵੇਲੇ ਆਉਂਦੇ ਨੇ। ਜਿਸ ਤਰ੍ਹਾਂ ਦੇ ਅਸੀਂ ਆ ਉਸੇ ਤਰ੍ਹਾਂ ਦੇ ਸਾਨੂੰ ਲੱਗਦੇ ਨੇ। ਪਰ ਉਹਨਾਂ ਕਿਹਾ ਕਿ ਸਤਿਗੁਰੂ ਪੁਰਖ ਧਿਆਏ ਤੂੰ, ਆਪਣੇ ਆਪਣੇ ਸਤਿਗੁਰਾਂ ਦਾ ਪੂਰਾ ਉਹਨਾਂ ਦਾ ਬਚਨ ਮੰਨੀਏ। ਕੋਈ ਇਹ ਨਹੀਂ ਕਿ ਇੰਨਾ ਕੁ ਮੰਨ ਲਿਆ ਤੇ ਇੰਨਾ ਨਹੀਂ ਮੰਨਣਾ, ਜਾਂ ਆਪਣੇ ਆਪਣੇ ਮਰਜ਼ੀ ਦੇ ਨਾਲ ਜਿਹੜਾ ਸਾਨੂੰ ਠੀਕ ਲੱਗਦਾ ਉਹ ਮੰਨ ਲਿਆ, ਦੂਜਾ ਨਹੀਂ। ਹਰ ਵੇਲੇ ਉਹਨਾਂ ਨੂੰ ਧਿਆਉਣਾ ਕੀ ਹੈ। ਇਹ ਨਹੀਂ ਕਿ ਬਹਿ ਕੇ ਰਾਮ 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 ਰਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਜ ਸਵਾਮੀ ਕਰੀ ਗਏ ਤੇ ਬਈ ਜੀ ਇਸ ਤਰ੍ਹਾਂ ਹੋ ਗਿਆ। ਤੁਸੀਂ ਹਜ਼ਾਰਾਂ ਵਾਰ ਲੱਖਾਂ ਵਾਰ ਲਿਖ ਲਓ ਜੋ ਮਰਜ਼ੀ, ਪਰ ਉਹ ਤੇ ਸਿਰਫ ਲਿਖਦੇ ਆ ਆਪਣੇ ਅੰਦਰ। ਜਿੱਥੇ ਉਹਨੂੰ ਖੜਨਾ ਸੀ ਉੱਥੋਂ ਜੇ ਨਹੀਂ ਉੱਥੇ ਪਹੁੰਚਿਆ ਤੇ ਫਿਰ ਕੋਈ ਫਾਇਦਾ ਨਹੀਂ ਉਹਦਾ। ਇਸੇ ਫਰਮਾਇਆ ਕਿ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ, ਕਿ ਉਸ ਸਤਿਗੁਰ ਪੁਰਖ ਨੂੰ ਧਿਆਉਣਾ ਕਿੱਦਾਂ ਆ? ਕੋਈ ਬਾਹਰੋਂ ਨਹੀਂ, ਉਹਨਾਂ ਦੇ ਬਚਨਾਂ ਦੇ ਉਹਨਾਂ ਨੂੰ ਯਾਦ ਰੱਖਣਾ ਹੈ। ਜਿੱਥੋਂ ਜਿੱਥੋਂ ਸਾਨੂੰ ਵਰਜਿਆ ਹੈ ਉੱਥੇ ਉੱਥੇ ਖਿਆਲ ਰੱਖੀਏ ਕਿ ਆਹ ਕੰਮ ਨਹੀਂ ਕਰਨਾ। ਜਿਹੜੇ ਕੰਮ ਵਾਸਤੇ ਕਿਹਾ ਹੈ ਕਿ ਬਈ ਤੂੰ ਸਿਮਰਨ ਕਰ, ਧਿਆਨ ਕਰ, ਚੁਗਲੀ ਨਾ, ਜੋ ਵੀ ਉਹਨਾਂ ਨੇ ਕਿਹਾ ਹੈ ਉਹਨੂੰ ਅਸੀਂ ਜ਼ਰੂਰ ਮੰਨੀਏ। ਜਿੱਥੇ ਸਾਨੂੰ ਲਿਜਾਣਾ ਚਾਹੁੰਦੇ ਨੇ ਆਪਣੇ ਆਪ ਨੂੰ ਢਿੱਲਿਆਂ ਛੱਡ ਕੇ ਉਹਦੇ ਮਗਰ ਚੱਲੀਏ। ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਹਰ ਇੱਛਾ ਜਿਹੜੀ ਹੈ ਪੂਰੀ ਹੁੰਦੀ ਹੈ। ਹਾਂਜੀ, ਅੱਗੇ। ਹਰ ਨਾਮ ਅਰਾਧ ਮਨ, ਸਭ ਕਿਲ ਵੇਖ ਜਾਹੇ ਵਿਕਾਰ। ਸਾਨੂੰ ਕਈ ਵਾਰੀ ਡਰ ਲੱਗਦਾ ਹੈ, ਅਸੀਂ ਬੇਨਤੀਆਂ ਕਰਦੇ ਹਾਂ, ਮਹਾਰਾਜ ਜੀ ਧਿਆਨ ਨਹੀਂ ਲੱਗਦਾ, ਸਿਮਰਨ ਨਹੀਂ ਬਣਦਾ, ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਆਹ ਹੁੰਦਾ ਹੈ ਉਹ ਹੁੰਦਾ ਹੈ। ਪਰ ਸਾਰਿਆਂ ਦਾ ਉਹਨਾਂ ਨੇ ਹੱਲ ਦੱਸਿਆ। ਉਹ ਕਿਹਾ ਕਿ ਹਰ ਨਾਮਾ ਅਰਾਧ ਮਨ। ਜਦੋਂ ਇੱਧਰ ਉੱਧਰ ਦੇ ਧਿਆਨ ਕਰਦੇ, ਇੱਧਰ ਉੱਧਰ ਦੇ ਨਾਮ ਅੰਦਰ ਚੱਲਦੇ ਨੇ ਤੇ ਫਿਰ ਉਹਨਾਂ ਜੋ ਵੀ ਉਹ ਵੀ ਵਿਕਾਰ ਨੇ ਉਹ ਵੀ ਨਾਲ ਹੁੰਦੇ ਨੇ। ਪਰ ਜਦੋਂ ਹਰ ਵੇਲੇ, ਜਿਸ ਤਰ੍ਹਾਂ ਉਹਨੇ ਕਿਹਾ ਕਿ ਜਿੱਥੇ ਮਰਜ਼ੀ ਹੋਈਏ, ਹੱਥ ਕਾਰ ਵੱਲ ਚਿੱਤ ਯਾਰ ਵੱਲ, ਬਾਹਰਲੇ ਹੱਥਾਂ ਨਾਲ ਕੰਮ ਕਰਨਾ ਹੈ, ਸਭ ਕੁਝ ਹੈ, ਪਰ ਧਿਆਨ ਜਿਹੜਾ ਆਪਣੇ ਸਤਿਗੁਰਾਂ ਦੇ ਨਾਲ ਜੋੜ ਕੇ ਰੱਖੀਏ। ਗੁਰੂ ਮਹਾਰਾਜ ਨੇ ਕਈ ਵਾਰੀ ਫਰਮਾਉਣਾ ਕਿ ਉਹ ਪਹਾੜਾਂ ਦੇ ਵਿੱਚ ਬੀਬੀਆਂ ਪਾਣੀ ਲੈ ਕੇ ਜਾਂਦੀਆਂ ਨੇ, 2-2 4-4 ਘੜੇ ਸਿਰਾਂ ਤੇ ਰੱਖੇ ਹੁੰਦੇ ਨੇ ਸਿੱਧੇ। ਕਹਿੰਦੇ ਗੱਲਾਂ ਵੀ ਕਰਦੀਆਂ ਜਾਂਦੀਆਂ ਨੇ, ਉੱਚੇ ਨੀਵੇਂ ਰਸਤਿਆਂ ਦੇ ਉੱਤੇ ਵੀ ਜਾਂਦੀਆਂ ਨੇ। ਕਈ ਰਸਤੇ 'ਚ ਕੋਈ ਐਸੇ ਉਤਾਰ ਚੜਾਅ ਆਉਂਦੇ, ਉੱਪਰ ਪੈਰ ਰੱਖ ਕੇ ਜਦੋਂ ਚੜ੍ਹਦੀਆਂ ਫਿਰ ਥੱਲੇ ਉਤਰਦੀਆਂ ਨੇ, ਗੱਲਾਂ ਵੀ ਕਰੀ ਜਾਂਦੀਆਂ ਨੇ, ਪਰ ਧਿਆਨ ਐ ਬਿਲਕੁਲ ਉਸ ਗਾਗਰ ਦੇ ਵਿੱਚ ਲੱਗਾ ਹੁੰਦਾ ਕਿ ਬਈ ਉਹ ਨਾ ਡਿੱਗ ਪਏ। ਸਭ ਕੁਛ ਕਰਦਿਆਂ ਕਰਾਉਂਦਿਆਂ ਵੀ ਉਹ ਜਿਹੜਾ ਧਿਆਨ ਉੱਥੇ ਰੱਖਦੇ ਤੇ ਆਪਣੇ ਘਰ ਪਹੁੰਚਦੀਆਂ ਨੇ। ਇਸੇ ਤਰ੍ਹਾਂ ਹੀ ਅਸੀਂ ਵੀ ਕੰਮ ਸਾਰੇ ਕਰਨੇ, ਨਹੀਂ ਕਿ ਦੁਨੀਆਦਾਰੀ ਦੇ ਕੋਈ ਕੰਮ ਨਹੀਂ ਕਰਨੇ ਜਾਂ ਕੁਛ ਹੋਰ ਕੰਮ ਛੱਡ ਦੇਣੇ ਨੇ। ਡਿਊਟੀਆਂ ਸਾਰੀਆਂ ਕਰਨੀਆਂ ਨੇ, ਪਰ ਸਤਿਗੁਰਾਂ ਨੂੰ ਵਿਸਾਰਨਾ ਨਹੀਂ ਹੈ। ਹਰ ਵੇਲੇ ਧਿਆਨ ਬਣਿਓ। ਕਿਹਾ ਕਿ ਹਰ ਨਾਮਾ ਅਰਾਧ ਮਨ, ਸਭ ਕਿਲਵਤ ਜਾਏ ਵਿਕਾਰ। ਜਿੰਨੇ ਵੀ ਅੰਦਰ ਸਾਡੇ ਉਹ ਵਿਕਾਰ ਨੇ, ਉਹਨਾਂ ਦੀ ਦਇਆ ਦੀ ਕਿਰਪਾ ਦੇ ਨਾਲ, ਉਹਨਾਂ ਦੇ ਉਸ ਅੰਮ੍ਰਿਤ ਨਾਲ ਸਭ ਹੀ ਧੁੱਪ ਜਾਂਦੇ ਨੇ। ਕੋਈ ਦਾਗ ਐਸਾ ਨਹੀਂ ਹੈ, ਜਿੰਨਾ ਮਰਜ਼ੀ ਪੁਰਾਣਾ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਹਰ ਦਾਗ ਉਹਨਾਂ ਦੇ ਉਸ ਨਾਮ ਨਾਲ ਲੱਥ ਜਾਂਦਾ ਹੈ। ਹਾਂਜੀ ਬੇਟੇ। ਹਰ ਨਾਮ ਅਰਾਧ ਮਨ, ਸਭ ਕਿਲ ਵੇਖ ਜਾਹੇ ਵਿਕਾਰ। ਜਿਨ ਕੋ ਪੂਰਬ ਲਿਖਿਆ, ਤਿਨ ਰੰਗ ਲਗਾ ਨਿਰੰਕਾਰ। ਓਨੀ ਛੱਡਿਆ ਮਾਇਆ ਸੋ ਆਵੜਾ, ਧਨ ਸੰਚਿਆ ਨਾਮ ਅਪਾਰ। ਹੁਣ ਕਈ ਵਾਰੀ ਬੱਚਾ ਜਨਮ ਲੈਂਦਾ ਹੈ ਤੇ ਛੋਟੇ ਹੁੰਦਿਆਂ ਤੋਂ ਹੀ ਉਹਦੀਆਂ ਗੱਲਾਂ ਬਾਤਾਂ, ਉਹਦਾ ਚਾਲ ਢਾਲ ਕੋਈ ਇਸ ਤਰ੍ਹਾਂ ਦਾ ਹੁੰਦਾ ਹੈ। ਅਸੀਂ ਕਹਿੰਦੇ ਹਾਂ ਨਹੀਂ, ਕੋਈ ਐਸੀ ਰੂਹ ਆ। ਬੱਚੇ ਤੇ ਇਦਾਂ ਕਰਦੇ ਨੇ, ਪਰ ਇਹ ਕੋਈ ਪੁਰਾਣੇ ਕੋਈ ਐਸਾ ਸੰਸਕਾਰ ਨੇ, ਦੇਖੋ ਕਿਸ ਤਰ੍ਹਾਂ ਕਰਦਾ ਹੈ। ਵੱਡਾ ਹੁੰਦਾ ਹੈ, ਕੋਈ ਐਸੀ ਕਾਰੋਬਾਰ ਤਰੱਕੀਆਂ ਕਰਦਾ, ਸਭ ਕੁਝ ਹੀ ਕਹਿੰਦੇ ਆ ਬਈ ਮਿਹਨਤਾਂ ਤਾਂ ਬੜੀਆਂ ਕਰਦੇ ਨੇ, ਪਰ ਇਹ ਪਿਛਲਾ ਹੀ ਕੋਈ ਕਰਮ ਆ। ਦੇਖੋ ਇਹ ਜਿੱਥੇ ਵੀ ਹੱਥ ਪਾਉਂਦਾ ਆ ਇਸ ਤਰ੍ਹਾਂ ਹੋ ਜਾਂਦਾ ਹੈ।
ਇਸੇ ਤਰ੍ਹਾਂ ਹੀ ਸਤਿਗੁਰੂ ਫਰਮਾਉਂਦੇ ਨੇ ਕਿ ਹਾਂ, ਹੁੰਦਾ ਤੇ ਪਿਛਲੇ ਕਰਮਾਂ ਦਾ ਹੀ ਹੈ ਹਿਸਾਬ ਕਿਤਾਬ, ਪਰ ਅਸੀਂ ਸਤਿਗੁਰਾਂ ਨੇ ਸਾਨੂੰ ਤਾਂ ਸਾਫ਼ ਫਰਮਾਇਆ ਕਿ ਗੁਰੂ ਮਹਾਰਾਜ ਫਰਮਾਉਂਦੇ ਸੀ ਕਿ ਬਈ ਸਾਰਿਆਂ ਨੇ ਹੀ ਅਸੀਂ ਸਤਿਗੁਰਾਂ ਦੀ ਸੰਗਤ ਕੀਤੀ ਹੈ। ਕਿਸੇ ਨੇ ਕਿਸੇ ਟਾਈਮ ਤੇ ਗੁਰੂ ਮਹਾਰਾਜ ਨੇ ਫਰਮਾਇਆ ਸੀ ਕਿ ਬਈ ਜਦੋਂ ਮੈਂ ਕਈ ਵਾਰੀ ਦੱਸਦਾ ਕਿ ਜਦੋਂ ਕੋਈ ਸੰਗਤ ਆਈ, ਗੁਰੂ ਮਹਾਰਾਜ ਨੇ ਉਹਨਾਂ ਦਾ ਬਹਾਨਾ ਕਰਕੇ ਫਰਮਾਉਣ ਲੱਗੇ, ਕਿਸੇ ਸੇਵਾਦਾਰ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਕੋਈ ਸੰਗਤ ਆਈ ਹੈ ਨਵੀਂ ਆ ਕੋਈ, ਸਤਿਗੁਰ ਹੱਸ ਕੇ ਫਰਮਾਉਣ ਲੱਗੇ ਕਹਿੰਦੇ ਕੋਈ ਨਵਾਂ ਨਹੀਂ ਹੈ ਇੱਥੇ, ਸਭ ਪੁਰਾਣੇ ਹੀ ਹੈ। ਪਰ ਚੀਜ਼ ਕੀ ਆ, ਆਪਣੀ ਉਹਨਾਂ ਚੀਜ਼ਾਂ ਨੂੰ ਭੁੱਲੇ ਬੈਠੇ ਆ, ਸਤਿਗੁਰਾਂ ਤੇ ਵਿਸ਼ਵਾਸ ਨਹੀਂ ਬਣ ਰਿਹਾ, ਭਰੋਸਾ ਨਹੀਂ ਬਣ ਰਿਹਾ, ਉਹਨਾਂ ਦੀ ਕਿਰਪਾ ਹੈ। ਹੁਣ ਤਾਂ ਹੁਣ ਕਿਹਾ ਕਿ ਜਿਨ ਕੋ ਪੂਰਬ ਲਿਖਿਆ ਤਿੰਨ ਰੰਗ ਲੱਗਾ ਨਿਰੰਕਾਰ, ਕਿ ਕਹਿੰਦੇ ਇਸ ਰਾਹ ਤੇ ਵੀ ਉਹੀ ਚੱਲਦੇ ਨੇ ਜਿਨ੍ਹਾਂ ਦਾ ਕੋਈ ਪੁਰਾਣਾ ਕੋਈ ਐਸਾ ਕੋਈ ਭਾਗ ਹੋਵੇ, ਉਹਨਾਂ ਨੂੰ ਹੀ ਉਹ ਰੰਗ ਲੱਗਦਾ ਏ। ਨਹੀਂ ਤੇ ਦੁਨੀਆ ਤੇ ਰੰਗ ਤਮਾਸ਼ੇ ਸੰਸਾਰੀ ਵੇਖਣਾ ਚਾਹੁੰਦੀ ਹੈ, ਉਹ ਰੰਗਾਂ 'ਚ ਰੰਗਣਾ ਚਾਹੁੰਦੀ ਹੈ, ਇੱਧਰ ਕੌਣ ਤੁਰਨਾ ਚਾਹੁੰਦਾ ਹੈ। ਪਰ ਕੋਈ ਪਿਛਲਾ ਕੋਈ ਭਾਗ ਹੋਵੇ ਤੇ ਫਿਰ ਹੀ ਸਤਿਗੁਰ ਦਿਆ ਕਰਦੇ ਨੇ। ਅੱਗੇ ਮੈਂ ਓਨੀ ਛੱਡਿਆ ਮਾਇਆ ਸੁਆਵੜਾ, ਧਨ ਸੰਚਿਆ ਨਾਮ ਅਪਾਰ। ਕਹਿੰਦੇ ਜਦੋਂ ਕੋਈ ਮਨ 'ਚ ਖਿੱਚ ਹੁੰਦੀ ਹੈ ਨਾ, ਜਦੋਂ ਪਤਾ ਹੋਵੇ ਕੁਛ, ਸਾਨੂੰ ਸਤਿਗੁਰਾਂ ਦੇ ਬਚਨਾਂ 'ਤੇ ਵਿਸ਼ਵਾਸ ਆਵੇ ਕਿ ਹਾਂ ਬਈ ਅੱਗੇ ਵੀ ਸਤਿਗੁਰਾਂ ਦੀ ਗੋਦ ਹੰਢਾਈ ਹੈ, ਪਰ ਪਹਿਲਾਂ ਵੀ ਨਾਮ ਲਿਆ, ਸਭ ਕੁਛ ਕੀਤਾ, ਪਰ ਕਿਤੇ ਨਾ ਕਿਤੇ ਕੋਈ ਗੱਲ ਰਹਿ ਗਈ ਹੈ, ਜੇ ਸਾਨੂੰ ਯਾਦ ਆਏਗਾ ਤੇ ਫਿਰ ਅਸੀਂ ਸਤਿਗੁਰਾਂ ਦੇ ਬਚਨ 'ਚ ਆਉਣਾ ਸਟਾਰਟ ਹੋਵਾਂਗੇ। ਔਰ ਕਿ ਓਨੀ ਛੱਡਿਆ ਮਾਇਆ ਸੁਆਵੜਾ, ਕਹਿੰਦੇ ਉਹਨਾਂ ਨੇ ਫਿਰ ਮਨ 'ਚ ਖਿੱਚ ਹੁੰਦੀ ਹੈ, ਫਿਰ ਇਹ ਮਾਇਆ ਦੇ ਜਾਲ 'ਚ ਨਹੀਂ ਫਿਰ ਉਹ ਉਲਝਦੇ। ਪਤਾ ਨਹੀਂ ਕਿੰਨੀ ਵਾਰ ਪਿਓ ਬਣੇ, ਕਿੰਨੀ ਵਾਰੀ ਪੁੱਤਰ ਬਣੇ, ਕਿੰਨੀ ਵਾਰ ਹੋਰ ਧੀਆਂ ਬਣੇ, ਜਵਾਈ ਬਣੇ, ਕਈ ਕੁਛ ਬਣੇ, ਸਾਰੇ ਰੰਗ ਵੇਖੇ, ਪਰ ਉਹ ਚੈਨ ਨਹੀਂ ਆਇਆ, ਉਹ ਆਸ ਨਹੀਂ ਮੁੱਕੀ ਤੇ ਫਿਰ ਖਿੱਚ ਆਏ। ਪਰ ਜਦੋਂ ਸਤਿਗੁਰਾਂ ਦੇ ਬਚਨਾਂ 'ਤੇ ਵਿਸ਼ਵਾਸ ਆਏਗਾ ਕਿ ਉਹਨਾਂ ਨੇ ਹੋਣਾ ਕਿ ਬਈ ਇਹ ਰੰਗ ਤਮਾਸ਼ੇ ਜਾਂ ਇਹ 84 ਦਾ ਗੇੜ ਇੱਦਾਂ ਨਹੀਂ ਮੁੱਕਣਾ, ਸਤਿਗੁਰਾਂ ਦੇ ਬਚਨ 'ਚ ਆ ਜਾਈਏ, ਸਭ ਕੁਛ ਕਰ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਧਨ ਸੰਚਿਆ ਨਾਮ ਵਪਾਰ, ਫਿਰ ਇਸ ਸੰਸਾਰੀ ਮਾਇਆ ਨੂੰ ਛੱਡ ਕੇ ਉਹ ਸੱਚਾ ਧਨ ਜਿਹੜਾ ਹੈ, ਉਹ ਨਾਮ ਦਾ ਧਨ ਜਿਹੜਾ ਆ, ਉਹ ਫਿਰ ਇਕੱਠਾ ਕਰਨਾ ਸ਼ੁਰੂ ਕਰਦੇ ਨੇ। ਫਿਰ ਸੰਸਾਰੀ ਨਹੀਂ, ਇੱਥੋਂ ਦੀਆਂ ਜਿਹੜੀਆਂ ਚੀਜ਼ਾਂ ਨਹੀਂ, ਮੈਂ ਕਈ ਵਾਰੀ ਦੱਸਿਆ ਹੈ ਕਿ ਮਾਇਆ ਕੀ, ਮਾਇਆ ਸਤਿਗੁਰਾਂ ਨੂੰ ਫਰਮਾਉਣਾ ਜਿੱਥੋਂ ਤੱਕ ਨਜ਼ਰ ਜਾਂਦੀ, ਜਿੱਥੋਂ ਤੱਕ ਸਾਡਾ ਧਿਆਨ ਜਾਂਦਾ, ਸਾਰੀ ਮਾਇਆ ਹੀ ਮਾਇਆ ਹੈ। ਫਿਰ ਇਹ ਨਹੀਂ ਇਕੱਠੀ ਕਰਾਂਗੇ, ਇਹੋ ਜਿਹੀਆਂ ਗੱਲਾਂ ਦੇ ਵਿੱਚ ਨਹੀਂ ਪਵਾਂਗੇ ਕਿ ਕੌਣ ਚੰਗਾ ਕਹਿੰਦਾ ਹੈ, ਕੌਣ ਮਾੜਾ ਕਹਿੰਦਾ ਹੈ, ਕੌਣ ਕੀ ਕਹਿੰਦਾ ਹੈ, ਕੌਣ ਕਿਸ ਤਰ੍ਹਾਂ ਕਰਦਾ ਹੈ, ਨਾ ਇਹਨਾਂ ਚੀਜ਼ਾਂ 'ਚ, ਨਾ ਮਾਣ ਵਡਿਆਈਆਂ 'ਚ, ਨਾ ਕੋਈ ਸੰਸਾਰੀ ਪਦਾਰਥਾਂ ਦੇ ਵਿੱਚ। ਫਿਰ ਉਹ ਨਾਮ ਧਨ ਜਿਹੜਾ ਇਕੱਠਾ ਕਰਨਾ ਸ਼ੁਰੂ ਕਰਾਂਗੇ, ਜਿਹਨੇ ਨਾਲ ਜਾਣਾ ਹੈ। ਸਤਿਗੁਰਾਂ ਦਾ ਬੱਚਾ, ਮੈਂ ਕਈ ਵਾਰੀ ਕਿਹਾ ਹੈ, ਗੁਰੂ ਮਹਾਰਾਜ ਨੇ ਕਈ ਵਾਰੀ ਫਰਮਾਉਣਾ ਕਿ ਬਈ ਸਤਿਗੁਰਾਂ ਦਾ ਬੱਚਾ ਕਦੀ ਕੋਈ ਕਿਸੇ ਗੱਲ ਦੀ ਘਾਟ ਨਹੀਂ, ਭੁੱਖਾ ਨਹੀਂ ਰਹਿੰਦਾ। ਪਰ ਜੇ ਸਾਡਾ ਲਾਲਚ ਹੀ ਨਾ ਮੁੱਕੇ ਤਾਂ ਫਿਰ ਤਾਂ ਗੱਲ ਅਲੱਗ ਹੈ ਨਾ। ਜੇ ਆਪਣੇ ਲਾਲਚ ਦੇ ਵੱਸ 'ਚ ਆ ਕੇ ਅਸੀਂ ਅੱਗੇ ਤੋਂ ਅੱਗੇ ਕੋਈ ਤੁਰੇ ਜਾਈਏ ਤੇ ਉਹ ਤੇ ਫਿਰ ਆਪ ਹੀ ਜਾਣ ਕੇ ਭਾਰ ਚੁੱਕੀ ਜਾਂਦੇ ਆ। ਜਿਸ ਤਰ੍ਹਾਂ ਅਸੀਂ ਬਾਕੀ ਚੀਜ਼ਾਂ ਦਾ ਲਾਲਚ ਕਰਦੇ ਹਾਂ, ਲੋਭ ਕਰਦੇ ਹਾਂ, ਅਸੀਂ ਫਿਰ ਉਸ ਸਤਿਗੁਰਾਂ ਦੇ ਬਚਨ ਨਾਲ ਲੋਭ ਕਰਾਂਗੇ ਕਿ ਮੇਰੇ ਕੋਲ ਵੱਧ ਤੋਂ ਵੱਧ ਮੰਨੇ ਜਾਣ, ਕਿਸੇ ਕੋ ਮੰਨਿਆ ਨਾ ਜਾਵੇ, ਮੇਰੇ ਕੋਲ ਤੇ ਮੰਨੇ ਜਾਣ। ਫਿਰ ਇੱਥੇ ਉਹ ਜਿਹੜੀ ਦਇਆ ਕਿਰਪਾ ਹੋਈ ਹੁੰਦੀ ਹੈ, ਫਿਰ ਇਹਦਾ ਜਿਹੜਾ ਜਿਸ ਨੇ ਫਰਮਾਇਆ ਪਹਿਲਾਂ ਕਿ ਮਨ ਫਿਰ ਡੋਲਦਾ ਨਹੀਂ ਹੈ। ਫਿਰ ਇਹਦਾ ਹਰ ਜਿੱਦਾਂ ਦੀ ਮਰਜ਼ੀ ਅਵਸਥਾ ਹੋਵੇ, ਇਹ ਬਈ ਐ ਸਮਸਤਾਨਾ ਵਾਰੀ ਫਿਰ ਚੱਲਦਾ ਹੈ। ਹਾਂਜੀ ਅੱਗੇ ਬੇਟੇ। ਅਠੇ ਪਹਿਰ ਇਕ ਤੇ ਲਿਵੇ, ਮੰਨੇ ਨ ਹੁਕਮ ਅਪਾਰ। ਹਾਂਜੀ। ਜਾਨ ਨਾਨਕ ਮੰਗੈ ਦਾਨ ਇਕ, ਦੇਹੋ ਦਰਸ ਮਨ ਪਿਆਰ। ਹੁਣ ਇਸ ਤਰ੍ਹਾਂ ਕਬੀਰ ਸਾਹਿਬ ਨੇ ਫਰਮਾਇਆ ਕਿ ਛਿਨਮੇ ਬੜੇ ਛਿਨਮੇ ਗਟੇ ਵੋ ਤੋ ਪ੍ਰੇਮ ਨਾਹੀ। ਉਹੀ ਵਚਨ ਸਤਿਗੁਰ ਫਰਮਾ ਰਹੇ ਨੇ, ਅਠੇ ਪਹਿਰ ਇੱਕ ਤੇ ਲਿਵੇ, ਮੰਨਣ ਹੁਕਮ ਅਪਾਰ। ਜਿਹੜਾ ਸਿੱਖ ਹੁੰਦਾ ਹੈ, ਜਿਹੜਾ ਉਸ ਬਚਨਾਂ ਦੇ ਉੱਤੇ ਚੱਲਣਾ ਸ਼ੁਰੂ ਕਰਦਾ ਹੈ, ਉਹਦੀ ਫਿਰ ਪ੍ਰੀਤ ਕਦੀ ਘਟਦੀ ਵੱਧਦੀ ਨਹੀਂ ਹੈ। ਇਹ ਨਹੀਂ ਕਿ ਕੋਈ ਕੰਮ ਪੂਰਾ ਹੋ ਗਿਆ ਤੇ ਪ੍ਰੀਤ ਬੜੀ ਵੱਧ ਗਈ, ਕੋਈ ਕੰਮ ਨਾ ਹੋਇਆ ਤੇ ਬਸ ਐ ਬਣ ਕੇ ਫਿੱਕੇ ਜਿਹੇ ਪੈ ਗਏ।
ਇਹਨਾਂ ਚੀਜ਼ਾਂ ਨਾਲ ਨਹੀਂ ਫਿਰ ਉਹ ਚੱਲੇਗਾ। ਉਹ ਕਹਿੰਦੇ ਕਿ ਅੱਠੇ ਪੈਰ ਇੱਕ ਤੇ ਲਿਵੇ, ਅੱਠੇ ਪੈਰ ਇੱਕੋ ਜਿਹਾ ਹੀ ਉਹਦਾ ਉਹ ਰਹਿੰਦਾ ਹੈ, ਹਰ ਵੇਲੇ ਉਸੇ ਰੰਗ ਦੇ ਵਿੱਚ ਹੀ, ਕਿਸੇ ਚੀਜ਼ ਨਾਲ ਉਹਨੂੰ ਕੋਈ ਫਰਕ ਨਹੀਂ। ਕੋਈ ਕੰਮ ਹੋਵੇ ਤਾਂ ਵੀ ਸਤਿਗੁਰਾਂ ਦੀ ਮੌਜ, ਨਹੀਂ ਹੋਇਆ ਤੇ ਤਾਂ ਵੀ ਉਹਨਾਂ ਦੀ ਕਿਰਪਾ ਹੈ। ਕਹਿੰਦਾ ਕਿ ਮੰਨਣ ਹੁਕਮ ਅਪਾਰ, ਫਿਰ ਉਹਨਾਂ ਦਾ ਹਰ ਹੁਕਮ, ਕੰਮ ਹੋਵੇ ਸਾਡੇ ਆਪਣੇ ਮਨ ਨੂੰ, ਉਹ ਕੋਈ ਗੱਲ ਮੰਨਣ ਚਾਹਵੇ ਨਾ ਆਵੇ, ਪਰ ਉਹ ਇਹਨਾਂ ਦਾ ਹੁਕਮ ਜੋ ਹੈ ਉਹ ਜ਼ਰੂਰ ਮੰਨਦੇ ਨੇ। ਉਹ ਜੋ ਵੀ ਉਹਨਾਂ ਨੇ ਫਰਮਾ ਦਿੱਤਾ ਉਹਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਪਤਾ ਹੈ ਕਿ ਆਪਣੇ ਮਨ ਨੇ ਤੇ ਇਹਨੇ ਤੇ ਕੁਛ ਨਾ ਕੁਛ ਅੱਗੇ ਉਠਾਈ ਜਾਣਾ ਹੈ, ਇਹਨੇ ਤੇ ਕਿਸੇ ਜਗ੍ਹਾ ਤੇ ਵੀ ਟਿਕਣਾ ਨਹੀਂ ਹੈਗਾ। ਅੱਜ ਹੋਰ ਕੱਲ ਕੁਛ ਹੋਰ ਮੰਗੇਗਾ, ਪਰਸੋਂ ਕੁਛ ਹੋਰ ਮੰਗੇਗਾ। ਇਹਦੀ ਕਦੀ ਵੀ ਉਹ ਜਿਹੜੀ ਇਹਨੂੰ ਕਦੀ ਚੈਨ ਨਹੀਂ ਆਉਂਦਾ। ਪਰ ਜਦੋਂ ਸਤਿਗੁਰਾਂ ਦੇ ਬਚਨ ਦੇ ਵਿੱਚ ਆ ਗਿਆ ਤੇ ਫਿਰ ਇਹਨੂੰ ਚੈਨ ਆਏਗਾ। ਨਹੀਂ ਹੈ ਤੇ ਇਹ ਜਿਹੜਾ ਆਪ ਹੀ ਸਤਿਗੁਰ ਨਹੀਂ ਸਾਨੂੰ ਕੋਈ ਦੁੱਖ ਦਿੰਦੇ, ਦੁੱਖਾਂ ਦੇ ਵਿੱਚ ਅਸੀਂ ਆਪ ਫਸਦੇ ਹਾਂ। ਕਹਿੰਦੇ ਇੱਕ ਵਾਰੀ ਇੱਕ ਸਿੱਖ ਸੀ ਇਸੇ ਤਰ੍ਹਾਂ ਹੀ ਆਪਣੇ ਗੁਰੂ ਦੇ ਪਾਸ ਗਿਆ, ਕਹਿਣ ਲੱਗਾ ਜਾ ਕੇ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੈਂ ਬੜਾ ਔਖਾ ਹੈ। ਉਹ ਕਹਿਣ ਲੱਗੇ ਕਿ ਦੱਸ ਬੇਟੇ ਕੀ ਚਾਹੀਦਾ? ਬਸ ਕਿਰਪਾ ਕਰੋ ਮੇਰੇ ਤੇ, ਤੁਹਾਨੂੰ ਪਤਾ ਹੀ ਹੈ, ਸਭ ਪਤਾ ਹੈ ਤੁਹਾਨੂੰ, ਹੁਣ ਜਾਣਦੇ ਸਭ ਕੁਛ ਹੀ ਕਿ ਚਲੋ ਜੋ ਮੰਗ ਰਿਹਾ ਕਰ ਰਿਹਾ, ਜਿਸ ਤਰ੍ਹਾਂ ਵੀ ਆ। ਕਹਿ ਤੇ ਕਿਰਪਾ ਹੀ ਰਿਹਾ ਸੀ, ਪਰ ਉਹਦੀ ਅੰਦਰ ਦੀ ਹਾਲਤ ਦੇਖ ਕੇ ਕਹਿਣ ਲੱਗੇ ਕਿ ਬੇਟੇ ਕੋਈ ਨਹੀਂ, ਸਭ ਕੁਛ ਮਿਲੇਗਾ। ਕਹਿੰਦਾ ਮਹਾਰਾਜ ਜੀ ਮੈਂ ਬੜਾ ਹੀ ਔਖਾ ਹੈ, ਬੜਾ ਔਖਾ ਹੈ ਮੈਂ। ਕਹਿੰਦੇ ਕਿ ਉਹਨੂੰ ਕਹਿਣ ਲੱਗੇ ਕਿ ਚੱਲ ਫਿਰ ਠੀਕ ਹੈ, ਕਿੰਨਾ ਕੁ ਚਾਹੀਦਾ ਹੈ ਤੈਨੂੰ, ਕਿੰਨਾ ਕੁ ਚਾਹੀਦਾ ਹੈ? ਕਹਿੰਦਾ ਮਹਾਰਾਜ ਬਸ ਇੰਨਾ ਕਿ ਗੁਜ਼ਾਰਾ ਵਜ਼ਾਰਾ ਚੱਲ ਜੇ, ਸਿਰ ਤੇ ਛੱਤ ਹੋਵੇ, ਖਾਣ ਪੀਣ ਦਾ ਕੋਈ ਤੋੜ ਨਾ ਆਵੇ, ਬਸ ਇੰਨਾ ਕੁ, ਹੋਰ ਕੀ ਕਰਨਾ ਹੈ? ਕਹਿਣ ਲੱਗੇ ਚੱਲ ਠੀਕ ਹੈ। ਕਹਿੰਦੇ ਕਿ ਉਹਨਾਂ ਨੇ ਉਹਨੂੰ ਮੋਮਬੱਤੀਆਂ ਦਿੱਤੀਆਂ, ਚਾਰ ਮੋਮਬੱਤੀਆਂ ਫੜਾਈਆਂ। ਕਹਿਣ ਲੱਗੇ ਕਿ ਆਹ ਇੱਕ ਮੋਮਬੱਤੀ ਜਗਾ ਕੇ ਪੂਰਬ ਵੱਲ ਚਲਾ ਜਾਈਂ, ਜਿੱਥੇ ਮੋਮਬੱਤੀ ਇਹ ਬੁੱਝ ਜਾਵੇ ਉੱਥੇ ਤੈਨੂੰ ਉਹ ਖਜ਼ਾਨਾ ਮਿਲੇਗਾ ਤੇ ਉੱਥੋਂ ਖਜ਼ਾਨਾ ਲੈ ਲਈ। ਜੇ ਉਹਦੇ ਨਾਲ ਤੇਰੀ ਮਨਸਾ ਪੂਰੀ ਹੋ ਗਈ ਤੇ ਠੀਕ ਹੈ, ਨਹੀਂ ਤੇ ਫਿਰ ਦੂਸਰੀ ਮੋਮਬੱਤੀ ਜਗਾ ਕੇ ਤੇ ਫਿਰ ਪੱਛਮ ਵੱਲ ਚਲਾ ਜਾਏ। ਫਿਰ ਜਿੱਥੇ ਉਹ ਮੋਮਬੱਤੀ ਬੁਝੇ ਉੱਥੇ ਹੋਰ ਤੈਨੂੰ ਕੋਈ ਖਜ਼ਾਨਾ ਮਿਲ ਜਾਏਗਾ। ਇਸੇ ਤਰ੍ਹਾਂ ਹੀ ਫਿਰ ਜੇ ਉਹਦੇ ਨਾਲ ਵੀ ਤੈਨੂੰ ਹੋ ਗਿਆ ਠੀਕ ਹੈ, ਨਹੀਂ ਤੇ ਫਿਰ ਉੱਤਰ ਵੱਲ ਚਲ ਜੀ, ਉੱਥੇ ਹੋਰ ਮਿਲ ਜਾਏਗਾ। ਤੇ ਫਿਰ ਇੱਕ ਲਾਸਟ ਤੇ ਕਿਹਾ ਕਿ ਆਹ ਲਾਸਟ ਵਾਲੀ ਮੋਮਬੱਤੀ ਨਾ ਜਗਾਈ, ਤੇ ਇੱਕ ਆਹ ਜਿਹੜੀ ਦਕਸ਼ਣ ਵਾਲੀ ਜਾਂ ਕੋਈ ਹੈਗੀ ਜਿਹੜੀ ਦਿਸ਼ਾ, ਇਹਦੇ ਵਿੱਚ ਨਹੀਂ ਤੂੰ ਜਾਣਾ। ਕਹਿੰਦਾ ਠੀਕ ਹੈ ਜੀ ਠੀਕ ਹੈ। ਮੋਮਬੱਤੀਆਂ ਲੈ ਲਈਆਂ ਚਾਰੇ, ਲੈ ਕੇ ਚਲਾ ਗਿਆ, ਜਾ ਕੇ ਬੜਾ ਕੁਛ ਮਨ 'ਚ ਇੱਕ ਜਗਾਇਆ, ਆਪਣਾ ਮੋਮਬੱਤੀ ਜਗਾ ਕੇ ਪੂਰਬ ਵੱਲ ਚੱਲ ਪਿਆ। ਜਿੱਥੇ ਮੋਮਬੱਤੀ ਬੁਝੀ ਉੱਥੇ ਖੁਦਾਈ ਕੀਤੀ, ਥੱਲਿਓਂ ਸੋਨਾ ਚਾਂਦੀ ਕਈ ਕੁਛ ਐ ਭੰਡਾਰ ਨਿਕਲੇ, ਲੈ ਲਏ ਸਭ ਕੁਛ, ਪਾ ਲਿਆ, ਬੜਾ ਖੁਸ਼ ਹੋਇਆ। ਫਿਰ ਸੋਚਣ ਲੱਗਾ, ਕਹਿੰਦਾ ਕਿਤੇ ਮੁੱਕ ਹੀ ਨਾ ਜਾਵੇ ਕਿਤੇ। ਕਹਿੰਦਾ ਹੁਣ ਤੇ ਹੈਗਾ, ਇਸ ਤਰ੍ਹਾਂ ਕਰਦੇ ਆ, ਦੂਜੀ ਵੀ ਮੋਮਬੱਤੀ ਜਗਾ ਕੇ ਵੇਖ ਹੀ ਲੈਂਦੇ ਉਹ ਵੀ। ਕਹਿੰਦਾ ਆਰਾਮ ਨਾਲ ਬੈਠਾਂਗੇ, ਜ਼ਿੰਦਗੀ ਦਾ ਪਰ ਕੋਈ ਟੈਨਸ਼ਨ ਤਾਂ ਨਾ ਰਹੇਗੀ ਕੋਈ। ਦੂਸਰੀ ਮੋਮਬੱਤੀ ਜਗਾਈ, ਦੂਸਰੇ ਪਾਸੇ ਚਲਾ ਗਿਆ। ਉੱਥੇ ਗਿਆ ਤੇ ਉੱਥੇ ਵੀ ਜਦੋਂ ਉਹਨੇ ਉਹ ਕੀਤਾ ਤੇ ਥੱਲਿਓਂ ਹੋਰ ਕੋਈ, ਜਿਸ ਤਰ੍ਹਾਂ ਕਹਿੰਦੇ ਹੀਰੇ ਨਿਕਲ ਆਏ, ਹੀਰੇ ਮੋਤੀ ਨਿਕਲ ਆਏ, ਉਹ ਵੀ ਚੁੱਕ ਲਏ। ਫਿਰ ਸੋਚਣ ਲੱਗਾ ਹੁਣ ਤੇ ਮੈਂ ਬੜਾ ਤਗੜਾ ਸੇਠ ਬਣ ਗਿਆ ਤੇ ਬਸ ਕਰੀਏ। ਪਰ ਫਿਰ ਮਨ ਨੇ ਲਾਲਚ ਕੀਤਾ, ਕਹਿਣ ਲੱਗਾ ਕਿ ਨਹੀਂ, ਵੇਖ ਲਈਏ, ਹੋਰ ਵੀ ਵੇਖ ਲਈਏ। ਤੀਸਰੀ ਮੋਮਬੱਤੀ ਜਗਾਈ, ਤੀਸਰੇ ਪਾਸੇ ਵੀ ਚੱਲ ਪਿਆ। ਉਧਰ ਜਾ ਕੇ ਅੱਗੇ ਜਦੋਂ ਗਿਆ, ਜੋ ਵੀ ਜਿੱਥੇ ਮੋਮਬੱਤੀ ਬੁਝੀ ਉੱਥੋਂ ਖੁਦਾਈ ਕੀਤੀ, ਖਜ਼ਾਨਾ ਉੱਥੋਂ ਵੀ ਕੋਈ ਨਾ ਕੋਈ ਮਿਲ ਗਿਆ। ਮਤਲਬ ਇੰਨਾ ਕਿ ਜਿਹੜਾ ਉਹਨੂੰ ਚੁੱਕਿਆ ਵੀ ਨਹੀਂ ਜਾ ਰਿਹਾ। ਸਭ ਕੁਛ ਹੋ ਗਿਆ, ਬੜਾ ਖੁਸ਼ ਕਿ ਹੁਣ ਤੇ ਭਾਵੇਂ ਮੈਂ ਸ਼ਹਿਰ ਦੇ ਸ਼ਹਿਰ ਖਰੀਦ ਲਵਾਂ, ਹੁਣ ਤੇ ਮੈਨੂੰ ਕੋਈ ਫਿਕਰ ਨਹੀਂ, ਵਾਕਿਆ ਨਹੀਂ। ਹੁਣ ਮਨ ਸੀ, ਮਨ ਨੇ ਆਪਣਾ ਕੰਮ ਕਰਨਾ ਸੀ। ਕਹਿਣ ਲੱਗਾ ਕਹਿੰਦੇ ਸੀ ਇਸ ਪਾਸੇ ਨਾ ਜਾਈ, ਤੇ ਇੱਥੇ ਕੋਈ ਹੋਰ ਵੀ ਹੋਣਾ, ਉਹ ਕਹਿੰਦੇ ਹੋਣੇ ਕਿ ਸਾਰਾ ਇਹਨੂੰ ਨਾ ਦੇ ਦਈਏ, ਹੋਰ ਵੀ ਕਿਸੇ ਵਾਸਤੇ ਰੱਖ ਦਈਏ, ਤੇ ਚੱਲ ਦਿੱਤੀ ਤੇ ਹੈਗੀ ਹੈ, ਜਾ ਕੇ ਵੇਖ ਹੀ ਲੈਂਦੇ ਹਾਂ ਉਧਰ ਵੀ। ਮਨ 'ਚ ਲਾਲਚ ਆ ਗਿਆ, ਕਹਿਣ ਲੱਗਾ ਕਿ ਕੁਛ ਨਹੀਂ ਹੁੰਦਾ, ਉੱਦਾਂ ਕਿਹਾ ਤੇ ਹੈਗਾ, ਪਰ ਚਲੋ ਕਿਹੜਾ ਵੇਖਦੇ ਪਏ ਨੇ। ਜੇ ਸਾਰੇ ਪਾਸੇ ਨਿਕਲਿਆ ਤੇ ਉੱਥੇ ਵੀ ਕੁਛ ਨਾ ਕੁਛ ਹੋਣਾ ਹੀ ਆ। ਮੋਮਬੱਤੀ ਜਗਾ ਕੇ ਜਿੱਧਰ ਕਿਹਾ ਸੀ, ਵਰਜਿਆ ਸੀ ਨਹੀਂ ਜਾਣਾ, ਉਧਰ ਵੀ ਚਲਾ ਗਿਆ। ਜਦੋਂ ਉੱਥੇ ਪਹੁੰਚਿਆ, ਮੋਮਬੱਤੀ ਬੁਝੀ ਤੇ ਖੁਦਾਈ ਕੀਤੀ ਤੇ ਥੱਲੇ ਇੱਕ ਦਰਵਾਜ਼ਾ। ਕਹਿੰਦਾ ਮੈਂ ਅੱਗੇ ਸੋਚਦਾ ਕਿ ਵੱਡਾ ਖਜ਼ਾਨਾ ਹੋਣਾ ਇੱਥੇ, ਕੋਈ ਗੁਫਾ ਗਾਫਾ ਹੋਣੀ ਆ, ਕੋਈ ਉਹਦੇ 'ਚ ਖਜ਼ਾਨਾ ਪਿਆ ਹੋਣਾ ਹੈ।
ਦਰਵਾਜ਼ਾ ਖੋਲ੍ਹਿਆ, ਅੱਗੇ ਲੰਘ ਗਿਆ। ਫਿਰ ਅੱਗੇ ਇੱਕ ਹੋਰ ਦਰਵਾਜ਼ਾ ਆਇਆ। ਕਹਿਣ ਲੱਗਾ, ਸੋਚਿਆ ਮਨ ਦੇ ਵਿੱਚ ਕਿ ਵੇਖਣਾ ਜ਼ਰੂਰ ਚਾਹੀਦਾ, ਵੱਡੀ ਚੀਜ਼ ਕੋਈ ਇੱਥੇ ਰੱਖੀ ਹੈ ਇਹਨਾਂ ਨੇ, ਨਹੀਂ ਤੇ ਇੰਨੇ ਦਰਵਾਜ਼ਿਆਂ ਨੂੰ ਇੰਨੇ ਦਰਵਾਜ਼ੇ ਕਾਹਦੇ ਲਾਉਣੇ ਸੀ ਇਹਨਾਂ ਨੇ। ਫਿਰ ਦਰਵਾਜ਼ਾ ਦੂਸਰਾ ਵੀ ਖੋਲ੍ਹਿਆ, ਅੱਗੇ ਗਿਆ ਗਿਆ, ਘੁੱਪ ਹਨੇਰਾ, ਪਿੱਛੇ ਲਾਈਟ ਇੱਕ ਥੋੜ੍ਹੀ ਜਿਹੀ ਪਈ ਤੇ ਕੋਈ ਇੱਕ ਬੰਦਾ ਬੈਠਾ ਚੱਕੀ ਪੀਸਣ ਦਿਆ। ਉੱਥੇ ਗਿਆ, ਜਾ ਕੇ ਕਹਿਣ ਲੱਗਾ ਕਿ ਕੌਣ ਹੋ ਤੁਸੀਂ, ਕੀ ਕਰਦੇ ਪਏ ਹੋ। ਉਹ ਬੰਦੇ ਨੇ ਜਦੋਂ ਉਹਦੇ ਵੱਲ ਵੇਖਿਆ ਬੜਾ ਖੁਸ਼ ਹੋਇਆ, ਬੋਲਿਆ ਕੁਛ ਨਹੀਂ, ਉੱਠਿਆ ਤੇ ਚੱਕੀ ਜਿਹੜੀ ਚੁੱਕ ਕੇ ਤੇ ਉਹਨੂੰ ਫੜਾਤੀ। ਫੜਾ ਕੇ ਕਹਿਣ ਲੱਗਾ ਕਿ ਆ ਜਾ, ਹੁਣ ਵਾਰੀ ਤੇਰੀ ਆ ਗਈ। ਕਹਿੰਦਾ ਮੈਂ ਵੀ ਸਤਿਗੁਰਾਂ ਦਾ ਵਚਨ ਲੰਘਿਆ ਸੀ, ਮੈਂ ਵੀ ਵਚਨ ਲੰਘਿਆ ਸੀ, ਪਤਾ ਨਹੀਂ ਕਿੰਨਾ ਚਿਰ ਹੋ ਗਿਆ ਮੈਂ ਉਹ ਚੱਕੀ ਪੀਸਦਾ ਪਿਆ ਵਾਂ। ਕਹਿੰਦਾ ਮੈਂ ਬੇਨਤੀਆਂ ਕੀਤੀਆਂ, ਪੁਕਾਰਾਂ ਕੀਤੀਆਂ, ਸਤਿਗੁਰ ਫੋਨ ਲੱਗੇ ਕਿ ਬਈ ਆਏਗਾ ਕੋਈ, ਤੇਰੇ ਤੋਂ ਵੀ ਵੱਡਾ ਕੋਈ ਹੋਏਗਾ ਕੋਈ, ਤੇ ਉਹ ਆਏਗਾ ਤੇ ਤੇਰੀ ਛੁੱਟੀ ਹੋਏਗੀ ਇੱਥੇ। ਕਹਿੰਦਾ ਹੁਣ ਆ ਗਿਆ ਹੈ, ਹੁਣ ਤੂੰ ਤੇਰਾ ਕੰਮ ਸ਼ੁਰੂ ਹੈ। ਚੱਕੀ ਫੜ ਲਿਆ ਉਹਨੇ, ਫਿਰ ਉਹਨੇ ਪੀਸਦਾ ਰਿਹਾ ਉੱਥੇ। ਇਸੇ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ ਹੁੰਦੀ ਹੈ। ਸਤਿਗੁਰ ਨਹੀਂ ਸਾਨੂੰ ਫਸਾਉਂਦੇ, ਸਭ ਕੁਛ ਦਿੰਦੇ ਨੇ, ਅਸੀਂ ਆਪ ਹੀ ਉਸ ਲਾਲਚਵਸ ਹੋ ਕੇ ਤੇ ਐ ਜੰਜੀਰਾਂ ਜਿਹੜੀਆਂ ਨੇ ਆਪਣੀਆਂ ਮਾਰ ਲੈਂਦੇ ਹਾਂ ਕਿ ਫਿਰ ਨਿਕਲ ਹੀ ਨਹੀਂ ਪਾਉਂਦੇ ਉੱਥੋਂ। ਐਸਾ ਕੋਈ ਨਹੀਂ ਹੈ ਕਿਸ ਕੀ ਅਸੀਂ ਖਾਂਦੇ ਪਏ ਹਾਂ, ਕੀ ਪੀਂਦੇ ਪਏ ਹਾਂ, ਕੀ ਅਸੀਂ ਕਰਨਾ ਹੈ, ਕਿਹੜੀ ਚੀਜ਼ ਦੀ ਘਾਟ ਹੈ। ਕਿਤੇ ਵੀ ਕੋਈ ਰਹਿ ਰਿਹਾ ਹੈ, ਭਾਵੇਂ ਕੋਈ ਛੋਟਾ ਬਿਜ਼ਨਸ ਕਰ ਰਿਹਾ, ਕੋਈ ਵੱਡਾ ਕਰ ਰਿਹਾ, ਕੋਈ ਨੌਕਰੀ ਕਰ ਰਿਹਾ, ਕੋਈ ਸੇਵਾ ਕਰ ਰਿਹਾ, ਕਿਤੇ ਵੀ ਕਰ ਰਿਹਾ, ਜਿੰਨੀਆਂ ਸਾਡੀਆਂ ਲੋੜਾਂ ਨੇ ਬੇਸਿਕ ਉਹ ਸਤਿਗੁਰ ਪੂਰੀਆਂ ਕਰ ਰਹੇ ਨੇ, ਹਰ ਜਗ੍ਹਾ ਕਰ ਰਹੇ ਨੇ। ਇਹ ਮਨ ਹੀ ਹੈ, ਜਿਸ ਤਰ੍ਹਾਂ ਗੁਰੂ ਫਰਮਾਉਣਾ ਕਿ ਬਈ ਇਹਦਾ ਬਸ ਉਹ ਜਿਸ ਤਰ੍ਹਾਂ ਲਾਲਚ ਵਾਲਾ ਮੂੰਹ ਖੁੱਲ੍ਹਦਾ ਹੀ ਜਾਂਦਾ, ਕਦੀ ਇਹ ਬੰਦ ਹੀ ਨਹੀਂ ਹੁੰਦਾ। ਕਦੀ ਸ਼ੁਕਰਾਨਾ ਨਹੀਂ ਆਉਂਦਾ, ਸ਼ੁਕਰ ਨਹੀਂ ਕਰਦੇ। ਸ਼ੁਕਰਾਨਾ ਕਰੀਏ ਕਿ ਸਤਿਗੁਰ ਜੀ ਤੁਹਾਡੀ ਦਇਆ ਕਿਰਪਾ ਹੈ, ਬਹੁਤ ਹੈ। ਸਭ ਠੀਕ ਹੈ, ਸਾਨੂੰ ਮਨਾ ਨਹੀਂ ਕਰਦੇ ਸਾਨੂੰ ਕਿਸੇ ਚੀਜ਼ ਤੋਂ, ਪਰ ਇੱਕ ਗੱਲ ਜ਼ਰੂਰ ਕਹਿੰਦੇ ਨੇ ਕਿ ਚੱਲ ਚੱਲੀ ਵੀ ਚੱਲ, ਪਰ ਜਿੱਥੇ ਹੁਕਮ ਮੰਨਣਾ ਜਦੋਂ ਆਉਂਦਾ, ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਆਹ ਕੰਮ ਕਰ ਲਾ ਤੇ ਇੱਧਰ ਨਾ ਜਾਈ, ਤੇ ਜੇ ਓਨਾ ਕੁ ਮਨ ਹੋ ਜਾਵੇ ਕਿ ਚੱਲ ਬਾਕੀ ਕਰ ਲੈ, ਤੇ ਭਾਈ ਉੱਥੇ ਜਿੱਥੇ ਵਰਜਿਆ ਉੱਥੇ ਨਾ ਕੰਮ ਕਰੀਏ। ਪਰ ਉੱਥੇ ਤੇ ਉਹ ਢਾਹ ਕੇ ਕਰਦਾ ਨਾ, ਜਿੱਦਾਂ ਕਿ ਪਤਾ ਨਹੀਂ ਕਿ ਆ ਇੱਥੇ ਤੇ ਕੀ ਹੋਣਾ ਵਾ, ਇੱਥੇ ਉੱਥੇ ਹੀ ਫੜਿਆ ਜਾਂਦਾ। ਇਸ ਕਰਕੇ ਹੁਣ ਕਹੇ ਕਿ ਅੱਠੇ ਪੈਰ ਇੱਕ ਤੇ ਲਿਵੇ, ਮੰਨਣ ਹੁਕਮ ਅਪਾਰ। ਜਿਹੜੇ ਸਿੱਖ ਹੁੰਦੇ ਨੇ, ਸਤਿਗੁਰ ਦੇ ਸੱਚੇ ਸਿੱਖ ਹੁੰਦੇ ਨੇ, ਉਹ ਬਾਹਰ ਦੀਆਂ ਚੀਜ਼ਾਂ ਨਾਲ ਨਹੀਂ ਹੁੰਦੇ। ਜਿਸ ਤਰ੍ਹਾਂ ਸੋਨਾ ਹੁੰਦਾ ਹੈ, ਜਿੰਨਾ ਮਰਜ਼ੀ ਉਹਨੂੰ ਤੋੜੋ ਉਹਦੀ ਕੀਮਤ ਘਟਦੀ ਨਹੀਂ ਹੈ। ਇਸੇ ਤਰ੍ਹਾਂ ਹੀ ਸੋਨੇ ਵਾਂਗੂ ਜਿਹੜੇ ਸਿੱਖ ਹੁੰਦੇ ਨੇ, ਉਹ ਕੁਛ ਵੀ ਸਮਾਂ ਇਹ ਨਹੀਂ ਕਿ ਬਈ ਅੱਜ ਸਮਾਂ ਚੰਗਾ ਹੈ ਜਾਂ ਅੱਜ ਸਾਡੇ ਮਨ ਦੇ ਮੁਤਾਬਕ ਕੰਮ ਹੋ ਰਿਹਾ ਹੈ ਤੇ ਬੜੀ ਖੁਸ਼ੀ ਹੋਵੇ, ਜਿੱਦਣ ਥੋੜ੍ਹਾ ਜਿਹਾ ਮਨ ਦੇ ਮੁਤਾਬਕ ਨਾ ਹੋਵੇ ਤੇ ਉਦਣ ਅਸੀਂ ਅਲੱਗ ਹੀ ਆਪਣਾ ਕਰ ਲਈਏ। ਨਹੀਂ, ਇਹ ਨਹੀਂ, ਇੱਕੋ ਤਰ੍ਹਾਂ ਦਾ ਹੀ ਰਹਿੰਦਾ ਹੈ। ਅੱਗੇ ਹੋਇਆ ਜਨ ਨਾਨਕ ਮੰਗੇ ਦਾਨ ਇੱਕ, ਦੇ ਦਰਸ਼ ਮਨ ਪਿਆਰ। ਕਿ ਸਤਿਗੁਰੂ ਜੀ ਇੱਕੋ ਹੀ ਤੁਹਾਡੇ ਚਰਨਾਂ 'ਚ ਬੇਨਤੀ, ਇੱਕੋ ਹੀ ਦਾਨ ਮੰਗਦੇ ਹਾਂ ਕਿ ਬਸ ਕਿਰਪਾ ਕਰੋ, ਦਇਆ ਕਰੋ, ਮੇਰੇ ਮਨ ਦੇ ਵਿੱਚ ਐਸਾ ਪਿਆਰ ਬਖਸ਼ ਦਿਓ, ਐਸਾ ਪਿਆਰ ਜਿਹੜਾ ਵਧੇ ਘਟੇ ਨਾ। ਕਿਉਂਕਿ ਜਦੋਂ ਸਾਡੇ ਮਨ 'ਚ ਪਿਆਰ ਹੁੰਦਾ ਹੈ ਨਾ, ਅਸੀਂ ਸੋਚ ਕੇ ਦੇਖੀਏ ਕੀ ਦਸ਼ਾ ਹੁੰਦੀ ਹੈ। ਜਦੋਂ ਸਤਿਗੁਰ ਕਿਰਪਾ ਕਰਦੇ ਨੇ, ਐਸਾ ਕੋਈ ਪਿਆਰ ਹੁੰਦਾ ਹੈ, ਉਦੋਂ ਸਾਨੂੰ ਦਰਸ਼ਨ ਵੀ ਹੁੰਦੇ ਨੇ, ਉਦੋਂ ਉਤਸ਼ਾਹ ਵੀ ਹੁੰਦਾ ਹੈ, ਉਦੋਂ ਉਹਨਾਂ ਦੀਆਂ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਸਾਨੂੰ ਚਮਤਕਾਰ ਦਿਸਦਾ ਹੈ। ਫਿਰ ਅਸੀਂ ਵਚਨ ਵੀ ਕਰਾਂਗੇ, ਸੰਗਤਾਂ ਨਾਲ ਵੀ ਗੱਲ ਕਰਾਂਗੇ, ਉਹਦੇ ਨਾਲ ਵੀ ਕਰਾਂਗੇ, ਹਾਂ ਬੜੀ ਕਿਰਪਾ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਪਰ ਜਦੋਂ ਕਿਸੇ ਚੀਜ਼ ਕਰਕੇ, ਉਹ ਕਿਸੇ ਵੀ ਗੱਲ ਕਰਕੇ ਪਿਆਰ ਘਟਦਾ ਹੈ, ਤਾਂ ਸਾਨੂੰ ਸਭ ਕੁਛ ਉਲਟਾ ਨਜ਼ਰ ਆਉਣ ਲੱਗ ਪੈਂਦਾ ਹੈ। ਮੈਂ ਕੱਲ੍ਹ ਹੀ ਉਸ ਸੰਗਰੂਰ ਤੋਂ ਸੰਗਤ ਆਈ, ਉਹਨਾਂ ਨਾਲ ਗੱਲ ਕਰ ਰਿਹਾ ਸੀ, ਕੋਈ ਗੱਲ ਹੋ ਰਹੀ ਸੀ, ਮੈਂ ਕਿਹਾ ਕਿਸ ਤਰ੍ਹਾਂ ਸਤਿਗੁਰਾਂ ਦੇ ਉੱਥੇ ਬੱਚੇ ਜਿਹੜੇ ਜੰਡਿਆਲਾ ਗੁਰੂ ਜੀ ਦੇ ਉੱਥੇ ਸਾਰੀ ਕਾਰਵਾਈ ਹੋਈ, ਐਸੀ ਸੰਗਤ ਸੀ ਜਿਹੜੇ ਕਹਿੰਦੇ ਸੀ ਕਿ ਬਈ ਸਾਨੂੰ ਤੇ ਸਤਿਗੁਰਾਂ ਨੇ ਅੰਦਰ ਦਰਸ਼ਨ ਦਿੱਤੇ ਆ, ਸਾਨੂੰ ਤੇ ਸਤਿਗੁਰਾਂ ਨੇ ਆਪ ਲਿਆਂਦਾ ਹੈ, ਸਾਨੂੰ ਤੇ ਹਮੇਸ਼ਾ ਸਾਨੂੰ ਦਰਸ਼ਨ ਦਿੰਦੇ ਨੇ। ਬੜੀਆਂ ਗੱਲਾਂ ਕਰਦੇ ਸੀ, ਬਸ 1 ਮਿੰਟ 'ਚ ਪਤਾ ਨਹੀਂ ਲੱਗਾ ਕੀ ਦਾ ਕੀ ਹੋ ਗਿਆ। ਪਿਆਰ ਜਿਹੜਾ ਕਬੀਰ ਸਾਹਿਬ ਨੇ ਕਿਹਾ ਕਿ ਛਿਨਮੇ ਬੜੇ ਛਿਨਮੇ ਗਟੇ ਬਹੁ ਤੋਂ ਪ੍ਰੇਮ ਨਾਹੀ, ਵੀ ਉਹਨਾਂ ਦੀ ਮੌਜ ਹੈ, ਜੋ ਵੀ ਉਹ ਕਰਦੇ ਉਹਨਾਂ ਦੀ ਮੌਜ ਦੇ ਵਿੱਚ, ਸਾਡੇ ਉਹਦੇ ਵਿੱਚ ਜਿਹੜਾ ਨਹੀਂ ਆਉਣਾ ਚਾਹੀਦਾ। ਤੇ ਉਹਨਾਂ ਨੇ ਕਿਹਾ ਕਿ ਸਤਿਗੁਰੂ ਜੀ ਦਇਆ ਕਰੋ, ਇੱਕੋ ਹੀ ਦਾਨ ਤੁਹਾਡੇ ਤੋਂ ਮੰਗਦੇ ਹਾਂ ਕਿ ਮੇਰੇ ਮਨ ਨੂੰ ਐਸਾ ਪਿਆਰ ਬਖਸ਼ੋ ਕਿ ਜਿਹੜਾ ਵਧੇ ਘਟੇ ਨਾ, ਔਰ ਉਹ ਨਾ ਪਿਆਰ ਘਟੇਗਾ ਤੇ ਨਾ ਤੁਹਾਡੇ ਦਰਸ਼ਨ ਫਿਰ ਦੂਰ ਹੋਣਗੇ।
ਫਿਰ ਤੁਹਾਡੇ ਦਰਸ਼ਨ ਕਿਹਾ ਕਿ ਇੱਕ ਜਨ ਨਾਨਕ ਮੰਗੇ ਦਾਨ ਇੱਕ, ਦੇ ਦਰਸ਼ ਮਨ ਪਿਆਰ। ਕਿ ਐਸਾ ਜਿਹੜਾ ਪਿਆਰ ਹੋਵੇ ਕਿ 24 ਘੰਟੇ ਮੈਨੂੰ ਤੁਹਾਡੇ ਤਸਵੀਰ, ਤੁਹਾਡਾ ਸਰੂਪ ਜਿਹੜਾ ਮੇਰੇ ਅੱਖਾਂ ਦੇ ਅੱਗੇ ਹੁੰਦਾ ਰਹੇ, ਦਰਸ਼ਨ ਮੈਨੂੰ ਹਮੇਸ਼ਾ ਹੀ ਹੁੰਦੇ ਰਹਿਣ। ਕਿਉਂਕਿ ਜਦੋਂ ਸਾਨੂੰ ਜਿਸ ਤਰ੍ਹਾਂ ਇੱਕ ਬੱਚੇ ਨੂੰ ਮਾਂ ਪਿਓ ਮਾਤਾ ਕੋਈ ਨਾਲ ਨਜ਼ਰ ਆਉਂਦੀ ਹੈ ਨਾ, ਫਿਰ ਉਹਨੂੰ ਕੋਈ ਡਰ ਨਹੀਂ ਲੱਗਦਾ, ਉਹ ਪਤਾ ਹੈ ਕਿ ਬਈ ਇੱਦਾਂ ਹੈ। ਇਸੇ ਤਰ੍ਹਾਂ ਹੀ ਜਦੋਂ ਸਿੱਖ ਨੂੰ ਪਤਾ ਦਿਸਦਾ ਗੁਰੂ ਮੇਰਾ ਮੇਰੇ ਨਾਲ ਹੈ, ਫਿਰ ਇਹ ਡੋਲੇਗਾ ਕਿਉਂ? ਇਹ ਡੋਲਦਾ ਉਦੋਂ ਹੀ ਹੈ ਜਦੋਂ ਇਹਦੇ ਮਨ 'ਚ ਕੋਈ ਥੋੜ੍ਹੀ ਜਿਹੀ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਹੁੰਦੀ ਹੈ। ਨਹੀਂ ਆਏਗੀ ਤੇ ਕਦੀ ਇਹਦਾ ਮਨ ਨਹੀਂ ਡੋਲੇਗਾ। ਤੇ ਸਤਿਗੁਰ ਦਇਆ ਕਿਰਪਾ ਕਰਨ, ਐਸਾ ਪਿਆਰ ਬਖਸ਼ਣ, ਐਸੀ ਪ੍ਰੀਤ ਬਖਸ਼ਣ ਕਿ ਕਦੀ ਵੀ ਉਹ ਜਿਹੜਾ ਜਿਸ ਤਰ੍ਹਾਂ ਉਹ ਸ਼ਬਦ ਬੋਲਦੇ ਨੇ ਕਿ ਮੇਰਾ ਮਨ ਕਦੀ ਵੀ ਡੋਲੇ ਨਾ, ਐਸੀ ਕਰ ਕਿਰਪਾ ਗੁਰੂਦੇਵ ਮੇਰਾ ਮਨ ਕਦੀ ਵੀ ਡੋਲੇ ਨਾ। ਕਦੀ ਵੀ ਜੋ ਮਰਜ਼ੀ ਹੋਵੇ, ਜੋ ਵੀ ਕਰਦੇ ਨੇ ਸਾਡੇ ਭਲੇ ਵਾਸਤੇ ਹੀ ਕਰਦੇ ਨੇ। ਪਿਆਰ ਕਰਦੇ ਨੇ ਭਲੇ ਵਾਸਤੇ ਕਰਦੇ ਨੇ, ਝਿੜਕਦੇ ਨੇ ਉਹ ਵੀ ਭਲੇ ਵਾਸਤੇ ਆ। ਜੇ ਕਿਸੇ ਚੀਜ਼ ਦੀ ਬੇਸ਼ੁਮਾਰ ਦਿੰਦੇ ਨੇ ਉਹ ਵੀ ਉਹਨਾਂ ਦੀ ਦਇਆ ਹੈ। ਜੇ ਕਿਸੇ ਗੱਲ ਦੀ ਕੱਸ ਲਾਉਂਦੇ ਨੇ ਉਹ ਵੀ ਉਹਨਾਂ ਦਾ ਪਿਆਰ ਹੈ। ਮੈਂ ਕਈ ਵਾਰੀ ਦੱਸਿਆ, ਕਈ ਵਾਰੀ ਸੇਵਾਦਾਰ ਜਾਂਦੇ ਨੇ, ਰਸਤੇ 'ਚ ਜਾਂਦੇ ਆ ਗੱਡੀ ਪੈਂਚਰ ਹੋ ਜੇ, ਕਿਤੇ ਹਨੇਰਾ ਹੋ ਜੇ, ਥੋੜ੍ਹਾ ਟਾਈਮ ਲੱਗ ਜਾਵੇ, ਤੇ ਉਸੇ ਵੇਲੇ ਮਨ ਹੋ ਜਾਂਦਾ ਹੈ ਕਿ ਲਓ ਜੀ ਮੱਥਾ ਟੇਕ ਕੇ ਆਏ, ਗੱਡੀ ਪੈਂਚਰ ਹੋ ਗਈ। ਪਰ ਪਤਾ ਨਹੀਂ ਸਤਿਗੁਰਾਂ ਨੇ ਕਿਹੜਾ ਅੱਗੇ ਕੋਈ ਕਰਮ ਟਾਲਿਆ, ਕੀ ਕੀਤਾ, ਉਹਦੇ ਬਾਰੇ ਕਦੀ ਨਹੀਂ ਸੋਚਿਆ। ਜੇ ਇਹਨੂੰ ਪਤਾ ਲੱਗ ਜੇ, ਪਿਆਰ ਹੋਏ, ਸੱਚੀ ਪ੍ਰੀਤ ਹੋਵੇ, ਇਹ ਹਰ ਹਾਲ ਦੇ ਵਿੱਚ ਸਤਿਗੁਰਾਂ ਦਾ ਸ਼ੁਕਰਾਨਾ ਕਰੇਗਾ। ਤੇ ਸਤਿਗੁਰ ਦਇਆ ਕਰਨ, ਐਸਾ ਪਿਆਰ ਭਰੋਸਾ ਸਾਨੂੰ ਬਖਸ਼ਣ ਸਭ ਨੂੰ। ਰਾਧਾ ਸੁਆਮੀ, ਰਾਧਾ।